ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। सतगुरु जी आप रसना उत्ते वरत के अपनी बाणी अपने शब्द की विचार करवा लैन और आप सरबत संगत बख्शो असीस। कोई रसना वांझी ना रहे। दोवें हथ जोड़ अपनियां मन बिरतियां एकाग्र करदियां लवाओ गुरु चरनां विच हाज़री। अदब सहित सरबत संगत मिल करके उचारण करो जी सतनाम श्री वाहेगुरु साहिब जी। एक बार फिर करो रसनावा पवित्र और मिल के आखो जी सतनाम श्री वाहेगुरु साहिब जी। वाहेगुरु साहिब जी। एक ओंकार सतनाम करता पुरख निरभव निर्वैर। अकाल मूरत अजूनी सैभं गुर प्रसाद। श्लोक वारां ते वधीक महला पहला। पतंगी पैओ हरी गहरी गंभीरी। ससड़ सुहिया केव करी निवण ना जाए थणी। जिस पावन शब्द का पाठ आप संगत ने बड़े अदब सत्कार दे नाल मानयोग भाई साहब होरां पासों सरवण कीता है, ये पावन बचन श्लोक रूप दे अंदर धन गुरु नानक देव साहिब जी की रसना तो उचारण किया होया गुरु ग्रंथ साहिब पातशाह जी दे पावन अंग 1410 दे उपर श्लोक वारां ते विधेक दे सिरलेख हेठ सुभाईमान है। अज दे इन्हां पावन बचनां दे विच धन गुरु नानक देव साहिब जी ने जो बख्शिश सानू कीती, उहदे विच अपने मद अपने आपे दे नशे विच मस्त होई जिहड़ी जीव इस्त्री है, ਉਹਨੂੰ ਸਮਝਾਉਣ ਦਾ ਯਤਨ ਕੀਤਾ। ਉਹਨੂੰ ਸਮਝਾਉਂਦਿਆਂ ਸਤਿਗੁਰੂ ਜੀ ਨੇ ਦੱਸਿਆ ਕਿ ਮਤਾਂ ਆਪਣੇ ਜੋਬਨ ਦਾ, ਆਪਣੀ ਜਵਾਨੀ ਦਾ, ਆਪਣੇ ਸਰੀਰਕ ਬਲ ਦਾ ਤੇ ਆਪਣੀ ਕਾਇਆ ਦੀ ਸੁੰਦਰਤਾ ਦਾ ਇਹਦਾ ਮਾਣ ਨਾ ਕਰ। ਸਤਿਗੁਰੂ ਜੀ ਨੇ ਉਹ ਗਰਭ ਵਿੱਚ ਭਰੀ ਹੋਈ ਜਿਹੜੀ ਇਸਤਰੀ ਹੈ ਨਾ, ਉਹਨੂੰ ਸਮਝਾਇਆ ਅੱਜ ਕਿ ਆਪਣਾ ਗਰਭ ਜਿਹੜਾ ਉਹਨੂੰ ਤਿਆਗ, ਛੱਡ ਆਪਣਾ ਗਰਭ। ਜਿਹਨੂੰ ਮਾਲਕ ਜੀ ਬਾਣੀ 'ਚ ਇੱਕ ਥਾਂ ਤੇ ਬੜਾ ਪਿਆਰਾ ਜ਼ਿਕਰ ਕਰਦੇ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਤਿੰਨ ਚਾਰ। ਪੱਬਣ ਕੇਰੇ ਪੱਤ ਜਿਉਂ ਢੱਲ ਢੁੱਲ ਜੁੰਮਣ ਹਾਰ। ਕਿਉਂਕਿ ਇਹ ਜਿਹੜਾ ਧਨ ਜੋਬਨ ਹੈ ਨਾ, ਇਹ ਨਾਠੀ ਅੜੇ ਦਿਨ ਚਾਰ, 4 ਕੁ ਦਿਨਾਂ ਦਾ ਹੀ ਹੈ। ਪੱਬਣ ਕੇਰੇ ਪੱਤ ਜਿਉਂ ਢੱਲ ਢੁੱਲ ਜੁੰਮਣ ਹਾਰ। ਠੀਕ ਉਸੇ ਤਰ੍ਹਾਂ ਜਿਵੇਂ ਰੁੱਤ ਰੁੱਖਾਂ ਦੇ ਪੱਤਿਆਂ ਉੱਤੇ ਪ੍ਰਭਾਵ ਪਾਉਂਦੀ ਤੇ ਉਹਨਾਂ ਦਾ ਜੋਬਨ, ਉਹਨਾਂ ਦਾ ਜਵਾਨੀ ਕੋਈ ਬਹੁਤਾ ਚਿਰ ਨਹੀਂ ਰਹਿੰਦੀ। ਰੁੱਤ ਦੀ ਤਬਦੀਲੀ ਦੇ ਨਾਲ ਉਹਨਾਂ ਦੇ ਨੁਹਾਰ, ਉਹਨਾਂ ਦੀ ਦਿੱਖ ਬਦਲਦੀ ਰਹਿੰਦੀ ਹੈ। ਤੇ ਮਨੁੱਖਾ ਜਿਵੇਂ ਜਿਵੇਂ ਜੀਵਨ ਦੇ ਪੜਾਅ ਤੂੰ ਤੈਅ ਕਰਦਾ ਜਾਂਦਾ, ਤੇਰੀ ਜੀਵਨ ਦੇ ਵਰੇ ਲੰਘਦੇ ਜਾਂਦੇ ਨੇ, ਤਿਵੇਂ ਤਿਵੇਂ ਤੇਰੀ ਨੁਹਾਰ ਵੀ ਜਿਹੜੀ ਉਹ ਬਦਲਦੀ ਜਾਂਦੀ ਹੈ। ਖੈਰ, ਸਤਿਗੁਰੂ ਜੀ ਨੇ ਸ਼ਬਦਾਂ ਨੂੰ ਆਰੰਭਣ ਤੋਂ ਪਹਿਲਾਂ ਅਕਾਲ ਪੁਰਖ ਪਰਮੇਸ਼ਵਰ ਦਾ ਮੰਗਲ ਜਿਹੜਾ ਉਹਨੂੰ ਗਾਵਿਆ
ਤੇ ਸਾਨੂੰ ਸਮਝਾਇਆ ਕਿ ਉਹ ਅਕਾਲ ਪੁਰਖ ਇੱਕ ਹੈ, ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ, ਤੇ ਉਹੀ ਹੈ ਜਿਹੜਾ ਸਭਨਾਂ ਦੇ ਵਿੱਚ ਵਿਆਪਕ ਹੈ, ਇੱਕ ਰਸ ਵਸਿਆ ਹੋਇਆ। ਤੇ ਉਹ ਜਿਹੜਾ ਸਭਨਾਂ ਵਿੱਚ ਇੱਕ ਰਸ ਵਿਆਪਕ ਹੈ, ਉਹਦਾ ਨਾਮ ਸਦੀਵ ਹੈ, ਅਟਲ ਹੈ ਉਹਦਾ ਨਾਮ ਵੀ ਕਦੇ ਨਾਸ਼ ਹੋਣ ਵਾਲਾ ਨਹੀਂ। ਜਿੱਥੇ ਉਹਦਾ ਨਾਮ ਅਟਲ ਹੈ, ਉੱਥੇ ਸਤਿਗੁਰੂ ਕਹਿੰਦੇ ਉਹ ਕਰਨ ਵਾਲਾ ਹੈ। ਭਾਈ ਸਭ ਕੁਝ ਕਰ ਸਕਦਾ ਹੈ, ਸਭ ਕੁਝ ਕਰਦਾ ਵੀ ਹੈ, ਤੇ ਸਭ ਕੁਝ ਕਰਨ ਵਾਲਾ ਵੀ ਹੈ। ਉਹਨੇ ਕੀਤਾ ਵੀ ਸਾਰਾ ਕੁਝ ਆਪ ਹੀ ਹੈ। ਜਿੱਥੇ ਉਹਨੇ ਸਭ ਕੁਝ ਆਪ ਕੀਤਾ, ਆਪ ਬਣਾਇਆ, ਉਹ ਬਣਾ ਕੇ ਫਿਰ ਸਾਰੇ ਵਿੱਚ ਪੁਰਖ ਹੋ ਕੇ ਵਸ ਵੀ ਗਿਆ, ਸਾਰੀਆਂ ਥਾਵਾਂ ਦੇ ਉੱਤੇ ਉਹ ਬੈਠ ਵੀ ਗਿਆ। ਫਿਰ ਮਾਲਕ ਕਹਿੰਦੇ ਨਿਰਭਉ ਹੈ ਭਾਈ, ਉਹਦੇ ਅੰਦਰ ਡਰ ਭਾਵਨਾ ਨਹੀਂ, ਨਿਰਵੈਰ ਹੈ, ਉਹਦੇ ਅੰਦਰ ਵੈਰ ਭਾਵਨਾ ਵੀ ਨਹੀਂ ਹੈ। ਅਕਾਲ ਮੂਰਤ, ਉਹਦੀ ਹਸਤੀ ਸਮੇਂ ਤੋਂ ਪਰੇ ਹੈ, ਉਹਦੀ ਮੂਰਤੀ ਜਿਹੜੀ ਉਹ ਸਮੇਂ ਦੇ ਪ੍ਰਭਾਵ ਅਧੀਨ ਨਹੀਂ। ਅਜੂਨੀ, ਉਹ ਜੂਨਾਂ ਵਿੱਚ ਕਦੇ ਵੀ ਨਹੀਂ ਆਉਂਦਾ। ਸੈਭੰ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਗੁਰਪ੍ਰਸਾਦ, ਪਰ ਐਸਾ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਹੈ, ਗੁਰੂ ਦੀ ਕਿਰਪਾ ਦੇ ਸਦਕਾ ਮਿਲਦਾ। ਪਰਮੇਸ਼ਵਰ ਦਾ ਮੰਗਲ ਗਾਵਿਆ। ਫਿਰ ਸਰਲੇਖ ਸਤਿਗੁਰੂ ਜੀ ਦੱਸਦੇ ਵੀ ਸ਼ਲੋਕ ਵਾਰਾਂ ਤੇ ਵਧੀਕ। ਜਦੋਂ ਗੁਰਬਾਣੀ ਆਪਾਂ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਅੰਦਰ ਕੁੱਲ 22 ਵਾਰਾਂ ਨੇ। ਖਿਆਲ ਕਰਿਓ, ਗੁਰਬਾਣੀ ਅੰਦਰ ਕੁੱਲ 22 ਵਾਰਾਂ ਨੇ, ਤੇ ਉਹਨਾਂ 22 ਵਾਰਾਂ ਦੇ ਵਿੱਚੋਂ ਆਪਾਂ ਵਾਰਾਂ ਦੇ ਨਾਲ ਸ਼ਲੋਕ ਜਿਹੜੇ ਉਹ ਵੀ ਪੜ੍ਹਦੇ ਹਾਂ। ਬਸ ਇੱਕ ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਵਾਰ ਨੂੰ ਛੱਡ ਕੇ, ਤੇ ਇੱਕ ਬਸੰਤ ਕੀ ਵਾਰ ਮਹਲ ਪੰਜਵਾਂ, ਇਹਨੂੰ ਛੱਡ ਕੇ ਬਾਕੀ 20 ਵਾਰਾਂ ਦੇ ਨਾਲ ਆਪਾਂ ਸ਼ਲੋਕ ਜਿਹੜੇ ਉਹ ਗੁਰੂ ਸਾਹਿਬਾਨਾਂ ਦੇ ਪੜ੍ਹਦੇ ਹਾਂ। ਹੁਣ ਖਿਆਲ ਕਰਿਓ, ਜਦੋਂ ਵਾਰ ਦਾ ਅਸਲੀ ਰੂਪ ਤੁਸੀਂ ਵੇਖੋਗੇ ਨਾ, ਤੇ ਵਾਰ ਦਾ ਅਸਲੀ ਰੂਪ ਪੌੜੀਆਂ ਹੀ ਨੇ। ਅਸਲੀ ਜਿਹੜਾ ਵਾਰ ਦਾ ਸਵਰੂਪ ਹੈ ਉਹ ਪੌੜੀਆਂ ਨੇ। ਸ਼ਲੋਕ ਉਹਨਾਂ ਪੌੜੀਆਂ ਦੇ ਨਾਲ ਮਿਲਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦਰਜ ਕੀਤੇ। ਹੁਣ ਉਹ ਸ਼ਲੋਕ ਤੇ ਦਰਜ ਕਰ ਦਿੱਤੇ ਗਏ ਜਿਨ੍ਹਾਂ ਦਾ ਸੁਮੇਲ, ਜਿਨ੍ਹਾਂ ਦਾ ਮੇਲ ਪੌੜੀਆਂ ਦੇ ਨਾਲ ਹੋਇਆ। ਪਰ ਜਿਹੜੇ ਸ਼ਲੋਕ ਫਿਰ ਉਹਨਾਂ ਤੋਂ ਵੱਧ ਗਏ, ਉਹ ਵਧੇ ਹੋਏ ਸ਼ਲੋਕ ਜਿਹੜੇ ਵਾਰਾਂ ਤੋਂ ਵੱਧ ਗਏ, ਵਧੀਕ ਦਾ ਮਤਲਬ ਵਧੇ ਹੋਏ, ਜਿਹੜੇ ਸ਼ਲੋਕ ਵਾਰਾਂ ਤੋਂ ਵਧੇ, ਉਹਨਾਂ ਨੂੰ ਫਿਰ ਇਸ ਸਰਲੇਖ ਹੇਠਾਂ ਆ ਕੇ ਦਰਜ ਕੀਤਾ। ਹੁਣ ਵੇਖੋ ਸਤਿਗੁਰੂ ਜੀ ਦੇ ਕਿੰਨੀ ਪਿਆਰੀ ਤਰਤੀਬ ਮਾਲਕ ਜੀ ਨੇ ਦਿੱਤੀ। ਜਿਹੜੇ ਸ਼ਲੋਕ ਵਧੇ, ਫਿਰ ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਜਾਂ ਬਾਕੀ ਗੁਰੂ ਸਾਹਿਬਾਨਾਂ ਦੇ ਰਲਾ ਕੇ, ਬਕਾਇਦਾ ਜਿਹੜੇ ਗੁਰੂ ਸਾਹਿਬਾਨਾਂ ਦੇ ਸ਼ਲੋਕ ਵਧੇ ਨਾ, ਉਹਨਾਂ ਨੂੰ ਉਸੇ ਗੁਰੂ ਸਾਹਿਬਾਨ ਦੇ ਸਰਲੇਖ ਹੇਠ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਰਤੀਬ ਦਵਾਈ। ਸਤਿਗੁਰੂ ਜੀ ਨੇ ਪਹਿਲੋਂ ਸ਼ਲੋਕ ਵਾਰਾਂ ਤੇ ਵਧੀਕ ਵਿੱਚ ਗੁਰੂ ਨਾਨਕ ਸਾਹਿਬ ਦੇ, ਫਿਰ ਸ਼ਲੋਕ ਵਾਰਾਂ ਤੇ ਵਧੀਕ ਵਿੱਚ ਗੁਰੂ ਅਮਰਦਾਸ ਪਾਤਸ਼ਾਹ, ਕਿਉਂਕਿ ਗੁਰੂ ਅੰਗਦ ਸਾਹਿਬ ਦੇ 63 ਸ਼ਲੋਕ, ਉਹ 63 ਦੇ 63 ਸ਼ਲੋਕ ਜਿਹੜੇ ਉਹ ਵਾਰਾਂ ਦੇ ਵਿੱਚ ਅੰਕਿਤ ਕਰ ਦਿੱਤੇ ਗਏ। ਵਾਰਾਂ ਦੇ ਵਿੱਚ ਉਹ ਸਾਰੇ ਦੇ ਸਾਰੇ ਸੰਪੂਰਨ ਹੋਏ। ਉਹ ਤੋਂ ਬਾਅਦ ਚ ਫਿਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਲੇ ਚੌਥੇ ਦੇ ਸਰਲੇਖ ਹੇਠ ਜਿਹੜੇ ਸ਼ਲੋਕ ਵਧੀਕ ਹੋਏ, ਉਹਨਾਂ ਨੂੰ ਵਾਰਾਂ ਤੇ ਵਧੀਕ ਦੇ ਸ਼ਲੋਕਾਂ ਵਿੱਚ ਦਰਜ ਕੀਤਾ। ਉਪਰੰਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜਿਹੜੇ ਬਚਨ ਸ਼ਲੋਕ ਵਧੀਕ ਹੋਏ, ਉਹਨਾਂ ਨੂੰ ਦਰਜ ਕੀਤਾ ਗਿਆ। ਫਿਰ ਉਸ ਤੋਂ ਉਪਰੰਤ ਜਾ ਕੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਿਹੜੇ ਸ਼ਲੋਕ ਵਾਰਾਂ ਤੋਂ ਵਧੀਕ ਹੋਏ, ਉਹਨਾਂ ਨੂੰ ਦਰਜ ਕੀਤਾ ਗਿਆ। ਏਦਾਂ ਇਹ ਤਰਤੀਬ ਜਿਹੜੀ ਨਾ ਬਣਾਈ ਗਈ ਸਾਰੀ ਦੀ ਸਾਰੀ ਬਾਣੀ ਦੀ। ਹੁਣ ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਜਿਹੜੇ ਉਹਨਾਂ ਦੀ ਪ੍ਰਾਰੰਭਤਾ ਜਿਹੜੀ ਉਹ ਹੋਈ। ਅੱਜ ਆਪਾਂ ਉਹਨਾਂ ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਨੂੰ ਪ੍ਰਾਰੰਭ ਕਰ ਰਹੇ ਹਾਂ। ਜਿਹੜੇ ਸ਼ਲੋਕ ਗੁਰੂ ਨਾਨਕ ਸਾਹਿਬ ਦੇ ਵਾਰਾਂ ਤੋਂ ਵਧੀਕ ਨੇ, ਵਾਰਾਂ ਤੋਂ ਵੱਧ ਗਏ। ਹੁਣ ਮਾਲਕ ਜੀ ਦੇ ਉਹਨਾਂ ਸ਼ਲੋਕਾਂ ਵਿੱਚ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਇਸ ਜੀਵ ਇਸਤਰੀ ਜਿਹੜੀ ਗਰਭ ਦੇ ਵਿੱਚ ਮਸਤ ਹੋਈ ਬੈਠੀ ਹੈ ਨਾ, ਆਪਣੇ ਅਹੰਕਾਰ ਵਿੱਚ ਮਸਤ ਹੋਈ ਬੈਠੀ, ਤੇ ਇਸ ਅਹੰਕਾਰ ਵਿੱਚ ਮੱਤੀ ਹੋਈ ਨੂੰ, ਮਸਤ ਹੋਈ ਨੂੰ ਜੀਵ ਇਸਤਰੀ ਨੂੰ ਸਮਝਾਇਆ ਵੀ ਤੂੰ ਖਿਆਲ ਕਰ, ਆਪਣੇ ਵੱਲ ਝਾਤ ਮਾਰ, ਵੀ ਆ ਤੂੰ 4 ਦਿਨਾਂ ਦੇ ਜੋਬਨ ਪਿੱਛੇ ਆਪਣਾ ਜੀਵਨ ਜਿਹੜਾ ਉਹਨੂੰ ਬਰਬਾਦ ਕਿਉਂ ਕਰਨ ਲੱਗੀ ਹੋਈ ਹੈ। ਆ 4 ਦਿਨਾਂ ਦੀ ਜਵਾਨੀ ਤੈਨੂੰ ਰੱਬ ਨੇ ਦਿੱਤੀ ਹੈ, ਤੇ ਆ 4 ਦਿਨਾਂ ਦੀ ਜਵਾਨੀ ਪਿੱਛੇ ਤੂੰ ਉਸ ਦੇਣ ਵਾਲੇ ਅਕਾਲ ਪੁਰਖ ਅੱਗੇ ਨਿਵਣਾ ਕਿਉਂ ਭੁੱਲ ਗਈ ਹੈ। ਤੂੰ ਨਿਵਣਾ ਸਿੱਖ, ਉਹਦੇ ਅੱਗੇ ਝੁਕਣਾ ਸਿੱਖ, ਕਿਉਂਕਿ ਜਿਹੜਾ ਉਹਦੇ ਅੱਗੇ ਨਿਵ ਜਾਂਦਾ ਹੈ ਉਹਦਾ ਤੇ ਪਾਰ ਉਤਾਰਾ ਹੋ ਜਾਂਦਾ, ਉਹਨੂੰ ਤੇ ਉਹ ਆਪ ਸੰਭਾਲ ਲੈਂਦਾ ਹੈ। ਪਰ ਜਿਹੜਾ ਨਾ ਨਿਵਿਆ, ਨਾ ਨਿਵਣ ਕਰਕੇ, ਆਕੜ ਜਾਣ ਕਰਕੇ ਉਸ ਜੀਵ ਇਸਤਰੀ ਦੀ ਮੌਤ ਹੋ ਜਾਂਦੀ ਹੈ, ਉਹ ਮਰ ਜਾਂਦੀ ਹੈ ਜੀਵ ਇਸਤਰੀ, ਜਿਹੜੀ ਜੀਵ ਇਸਤਰੀ ਆਕੜ ਕੇ ਉਸ ਪਰਮੇਸ਼ਵਰ ਦੇ ਸਾਹਮਣੇ ਖੜੋ ਜਾਏ। ਸਗੋਂ ਸਤਿਗੁਰੂ ਜੀ ਦੀ ਜਦੋਂ ਬਾਣੀ ਪੜੋਗੇ ਨਾ, ਤੇ ਬਾਣੀ ਦੇ ਅੰਦਰ ਮਾਲਕ ਪਾਤਸ਼ਾਹ ਨੇ ਜ਼ਿਕਰ ਕਰਦੇ ਆ, ਇੱਕ ਬੜਾ ਪਿਆਰਾ ਜ਼ਿਕਰ ਕੀਤਾ ਸਤਿਗੁਰੂ ਜੀ। ਉੱਥੇ ਕਹਿੰਦੇ ਵੀ ਐਡਾ ਕਿ ਜ਼ਿਆਦਾ ਗਰਭ ਵਿੱਚ ਮਸਤ ਹੋ ਗਿਆ ਇਹ, ਕਿ ਟੇਢੀ ਪਾਗ ਟੇਢੇ ਚਾਲ ਲਾਗੇ ਵੀਰੇ ਖਾਨ। ਇਹ ਆਪਣੇ ਆਪ ਨੂੰ ਵੀਰ ਖਾਨ ਸਮਝਣ ਲੱਗ ਪਿਆ ਵੀ ਮੇਰੇ ਵਰਗਾ ਕਿੱਥੇ ਸੰਸਾਰ ਤੇ ਕੋਈ ਆਇਆ। ਸਤਿਗੁਰੂ ਜੀ ਨੇ
ਇੱਕ ਬੜਾ ਪਿਆਰਾ ਜ਼ਿਕਰ ਹੋਰ ਆਪਣੀ ਬਾਣੀ ਵਿੱਚ ਕੀਤਾ। ਮਲਕ ਪਾਤਸ਼ਾਹ ਜੀ ਆਖਦੇ, ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਅੱਜ ਤੇ ਤੂੰ ਬੜਾ ਫੁੱਲਿਆ ਫੁੱਲਿਆ ਫਿਰਦਾ। ਜਬ 10 ਮਾਸ ਉਰਦਮੁਖ ਰਹਿਤਾ, ਤੂੰ ਚੇਤੇ ਕਰ ਆਪਣਾ ਸਮਾਂ ਜਦੋਂ 10 ਮਹੀਨੇ ਲਗਾਤਾਰ ਉਰਦਮੁਖ ਰਹਿਤਾ, ਉਲਟੇ ਮੂੰਹ ਲਟਕਿਆ ਰਿਹਾ। 100 ਦਿਨ ਕੈਸੇ ਭੁੱਲਿਆ, ਅੱਜ ਤੈਨੂੰ ਉਹ ਦਿਨ ਕਿਵੇਂ ਭੁੱਲ ਗਿਆ। ਉਦੋਂ ਤੇ ਤੂੰ ਉਲਟਾ ਲਟਕਿਆ ਹੋਇਆ ਰੋਜ਼ ਅਰਦਾਸਾਂ ਕਰਦਾ ਸੀ, ਰੱਬਾ ਬਚਾਲਾ। ਰੋਜ਼ ਰੱਬ ਦੀ ਯਾਦ ਵਿੱਚ ਜੁੜਿਆ ਰਹਿੰਦਾ ਸੀ, ਇੱਕ ਇੱਕ ਪਲ ਉਹਦੇ ਚਿੰਤਨ ਵਿੱਚ ਜੁੜਿਆ ਰਿਹਾ। ਬਸ ਉਸੇ ਚਿੰਤਨ ਨੇ ਤੈਨੂੰ ਬਚਾ ਕੇ ਰੱਖਿਆ। ਐਵੇਂ ਨਹੀਂ ਮਾਲਕ ਪਾਤਸ਼ਾਹ ਨੇ ਬਾਣੀ ਚ ਆਖਿਆ, ਮਾਤ ਗਰਭ ਮੈਂ ਆਪਣ ਸਿਮਰਨ ਦੇ, ਤਹ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਜਾਂ ਮਾਲਕ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ, ਇਹ ਵੱਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿ ਪਹੁ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ। ਜੇ ਉਹ ਅਕਾਲ ਪੁਰਖ ਦਾ ਚਿੰਤਨ ਸੀ ਤਾਂ ਹੀ ਤੇ ਬਚਾ ਹੋਇਆ ਨਾ, ਨਹੀਂ ਇਸ ਗੱਲ ਨੂੰ ਖੁਦ ਅੰਦਾਜ਼ਾ ਲਾ ਕੇ ਵੇਖੋ। ਪਹਿਲੋਂ ਵੀ ਆਪ ਜੀ ਦੇ ਸਨਮੁਖੇ ਵਿਚਾਰ ਰੱਖੀ ਵੀ ਉਹ ਜਿਹੜੀ ਗਰਭ ਦੀ ਅਗਨ ਹੈ ਨਾ, ਪੇਟ ਦੀ ਅਗਨ ਜਿਹੜੀ ਹੈ, ਉਹ ਇੰਨੀ ਕੁ ਜ਼ਿਆਦਾ ਭਿਆਨਕ ਤੇ ਇੰਨੀ ਕੁ ਜ਼ਿਆਦਾ ਤਪਸ਼ ਵਾਲੀ ਹੈ ਕਿ ਜੇ ਉਹਦੇ ਅੰਦਰ ਮਾਸ ਦਾ ਟੁਕੜਾ ਵੀ ਸੁੱਟਿਆ ਜਾਏ ਤੇ ਵੱਧ ਤੋਂ ਵੱਧ ਉਹ 8 ਤੋਂ 10 ਘੰਟਿਆਂ ਦੇ ਵਿੱਚ ਸੜ ਕੇ ਸਵਾਹ ਹੋ ਜਾਂਦਾ। ਪਰ ਗੁਰੂ ਪਾਤਸ਼ਾਹ ਉਸ ਅਕਾਲ ਪੁਰਖ ਦੀ ਕੁਦਰਤ ਵੇਖੋ, ਉਹਦਾ ਕਿਰਪਾ, ਉਹਦੀ ਰਹਿਮਤ ਵੇਖੋ ਕਿ ਲਗਾਤਾਰ ਇੱਕ ਬਾਲਕ ਨੂੰ ਉਹ 9 ਮਹੀਨੇ 10 ਮਹੀਨੇ ਗਰਭ ਵਿੱਚ ਰੱਖ ਕੇ ਪਾਲਦਾ ਹੈ ਤੇ ਮਾਸ ਦਾ ਟੁਕੜਾ ਹੀ ਨਾ ਹੈ, ਤੇ ਕੇਵਲ ਇੱਕ ਮਾਸ ਦਾ। ਔਰ ਕਿੰਨਾ ਕੋਮਲ ਹੈ। ਆਪਾਂ ਬੱਚੇ ਦੇ ਕੋਮਲਤਾਈ ਨੂੰ ਜਦੋਂ ਵੇਖਦੇ ਹਾਂ, ਉਹਦੇ ਸਰੀਰਕ ਅੰਗਾਂ ਨੂੰ ਵੇਖਦੇ ਹਾਂ, ਹੱਥ ਲਾਇਆਂ ਤੇ ਵੀ ਕਿਸ ਤਰ੍ਹਾਂ ਮਹਿਸੂਸ ਹੁੰਦਾ ਵੀ ਉਹਦੇ ਸਰੀਰਕ ਅੰਗਾਂ ਦੀ ਕੋਮਲਤਾ ਅਸੀਂ ਆਪਣੇ ਹੱਥਾਂ ਨੂੰ ਸਪਰਸ਼ ਕਰਕੇ ਮਹਿਸੂਸ ਕਰ ਸਕਦੇ ਹਾਂ ਕਿ ਕਿੱਡਾ ਕੋਮਲ ਅੰਗ ਨੇ ਇਸ ਬੱਚੇ ਦੇ, ਬਾਲਕ ਦੇ। ਹੁਣ ਉਹ ਐਡਾ ਕੋਮਲਤਾ ਭਰਿਆ ਮਾਸ ਦਾ ਟੁਕੜਾ ਰੱਬ ਨੇ 9 ਮਹੀਨੇ 10 ਮਹੀਨੇ ਪਾਲਿਆ, ਸੰਭਾਲਿਆ ਉਹਨੇ। ਕਿੱਥੇ? ਗਰਭ ਦੀ ਅੱਗ ਵਿੱਚ, ਜਿੱਥੇ ਵੱਧ ਤੋਂ ਵੱਧ 8 ਤੋਂ 10 ਘੰਟੇ ਲੱਗਦੇ, ਵੱਧ ਤੋਂ ਵੱਧ 8 ਘੰਟਿਆਂ ਦੇ ਵਿੱਚ ਮਾਸ ਦਾ ਟੁਕੜਾ ਵੀ ਸੜ ਜਾਂਦਾ। ਕਿੰਨੀ ਤਪਸ਼ ਹੋਏਗੀ। ਤੇ ਮਾਲਕ ਪਾਤਸ਼ਾਹ ਨੇ ਨਾ ਇਸ ਲਈ ਇਸ ਇਨਸਾਨ ਨੂੰ ਅੱਜ ਸਮਝਾਉਂਦੇ ਆ, ਆਖਿਆ, ਕਹਿੰਦੇ ਮਨੁੱਖਾ ਤੂੰ ਝਾਤ ਤੇ ਮਾਰ ਕੇ ਵੇਖ, ਆਪਣੇ ਜੀਵਨ ਵੱਲ ਵੇਖ, ਆਪਣੀ ਜ਼ਿੰਦਗੀ ਵੱਲ ਵੇਖ ਵੀ ਕੀ ਤੂੰ ਜਿਸ ਗਰਭ ਵਿੱਚ ਤੁਰਿਆ ਫਿਰਦਾ, ਤੇਰਾ ਇਹ ਗਰਭ ਕਰਨਾ ਬਣਦਾ ਹੈ ਕਿ ਜਿਸ ਅਹੰਕਾਰ ਵਿੱਚ ਤੂੰ ਤੁਰਿਆ ਫਿਰਦਾ, ਕਿ ਇਹ ਅਹੰਕਾਰ ਕਰਨਾ ਤੇਰਾ ਬਣਦਾ ਹੈ ਕਿ ਤੂੰ ਇੰਨੇ ਕਾਬਲ ਹੈ ਜਾਂ ਤੇਰੀ ਇਤਨੀ ਔਕਾਤ ਜਾਂ ਇਤਨੀ ਯੋਗਤਾ ਹੈ ਕਿ ਤੂੰ ਉਹ ਗਰਭ ਕਰ ਸਕੇ ਜਾਂ ਤੂੰ ਹੰਕਾਰ ਕਰ ਸਕੇ। ਤੇ ਸਭ ਤੋਂ ਪਹਿਲਾਂ ਨਾ ਸਤਿਗੁਰੂ ਨਾਨਕ ਸਾਹਿਬ ਜੀ ਨੇ ਕੀਤਾ, ਕਹਿੰਦੇ ਉਤੰਗੀ ਪੈਓਹਰੀ ਗਹਿਰੀ ਗੰਭੀਰੀ। ਉਹ ਤੰਗੀ ਮਤਲਬ ਉੱਚੇ ਅੰਗਾਂ ਵਾਲੀ, ਬੜੀ ਸਰੀਰਕ ਢੀਲ ਡੋਲਤਾ ਰੱਖਣ ਵਾਲੀ ਜੀਵ ਇਸਤਰੀ। ਹੁਣ ਇਹ ਗੱਲ ਜਿਹੜੀ ਨਾ ਦੋ ਸਹੇਲੀਆਂ ਸਖੀਆਂ ਆਪਸ ਵਿੱਚ ਕਰ ਰਹੀਆਂ, ਇੱਕ ਸਖੀ ਦੂਜੀ ਸਖੀ ਨੂੰ ਸਵਾਲ ਪੁੱਛਦੀ ਹੈ। ਤੇ ਸਵਾਲ ਕੀ ਪੁੱਛਦੀ ਹੈ? ਉਹ ਇਹ ਆਖਦੀ ਹੈ, ਭਾਈ ਉੱਚੇ ਅੰਗਾਂ ਵਾਲੀ ਆ, ਸਰੀਰਕ ਬਲ ਬਹੁਤ ਹੈ ਰੱਬ ਵੱਲੋਂ ਦਿੱਤਾ ਹੋਇਆ। ਹੁਣ ਜਿੱਥੇ ਸਰੀਰਕ ਢੀਲ ਡੋਲਤਾ ਬੜੀ ਵੱਡੀ, ਮਤਲਬ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਸਰੀਰਕ ਸੁੰਦਰਤਾ ਰੱਬ ਵੱਲੋਂ ਬੜੀ ਪਿਆਰੀ ਦਿੱਤੀ ਹੋਈ ਹੈ। ਰੱਬ ਨੇ ਜਿਸ ਵੀ ਇਨਸਾਨ ਨੂੰ ਪੈਦਾ ਕੀਤਾ, ਉਹਨੇ ਜਿਸ ਵੀ ਸ਼ਖਸ ਨੂੰ ਸੰਸਾਰ ਤੇ ਭੇਜਿਆ, ਉਹਨੇ ਸਾਜਿਆ ਵੀ ਹੈ ਤੇ ਸਵਾਰਿਆ ਵੀ ਹੈ। ਉਹਨੇ ਸਾਜ ਕੇ ਸਵਾਰ ਕੇ ਫਿਰ ਸੰਸਾਰ ਤੇ ਘੱਲਿਆ। ਤੇ ਸੰਸਾਰ ਤੇ ਆਇਆ ਹੋਇਆ ਜੀਵ ਜਿਹੜਾ ਨਾ, ਇਹ ਆਪਣੀ ਸੁੰਦਰਤਾ ਦੇ ਉੱਤੇ, ਆਪਣੀ ਸਰੀਰਕ ਢੀਲ ਡੋਲਤਾ ਦੇ ਉੱਤੇ ਬੜਾ ਮਾਣ ਜਿਹਾ ਕਰਕੇ ਬਹਿ ਗਿਆ ਵੀ ਮੇਰੇ ਵਰਗੀ ਸੁੰਦਰਤਾ ਰੱਬ ਨੇ ਕਿਹਨੂੰ ਦੇ ਦੇਣੀ ਹੈ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹਨੂੰ ਇੱਕ ਆਪਣੇ ਬਚਨਾਂ ਰਾਹੀਂ ਫਿਰ ਝੰਜੋੜਦਿਆਂ ਇਹ ਵੀ ਆਖਿਆ ਸੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਠੀਕ ਹੈ ਭਾਈ ਜੀਵ ਇਸਤਰੀਏ, ਮੁਬਾਰਕ ਬਾਤ ਹੈ, ਤੈਨੂੰ ਰੱਬ ਨੇ ਤੇਰੇ ਤੇ ਕਿਰਪਾ ਵਰਤਾਈ, ਉਹਨੇ ਤੈਨੂੰ ਸੁੰਦਰਤਾ ਬਖਸ਼ਿਸ਼ ਕੀਤੀ, ਉਹਨੇ ਤੈਨੂੰ ਸਾਰੇ ਸਰੀਰਕ ਅੰਗ ਸੰਪੂਰਨ ਦਿੱਤੇ, ਉਹਨੇ ਸਾਰੇ ਦੇ ਸਾਰੇ ਸਰੀਰਕ ਅੰਗ ਪੂਰੇ ਹੋਣ ਦੇ ਨਾਲ ਨਾਲ ਬਲ ਵੀ ਤੈਨੂੰ ਦੇ ਕੇ ਨਵਾਜਿਆ, ਸਰੀਰਕ ਸੁੰਦਰਤਾ ਵੀ ਦੇ ਕੇ ਨਵਾਜੀ। ਪਰ ਖਿਆਲ ਕਰ, ਜਿੰਨੇ ਤੈਨੂੰ ਇੰਨੀ ਸੁੰਦਰਤਾ ਦੇ ਕੇ ਨਵਾਜੀ ਹੈ, ਉਸ ਅਨੂਪ ਪਰਮਾਤਮਾ ਨੂੰ ਕਦੇ ਵਿਸਾਰੀ ਨਾ, ਉਹਨੂੰ ਸਦਾ ਚੇਤੇ ਰੱਖਿਆ ਕਰ, ਕਿਉਂਕਿ ਉਹ ਦੇਣ ਵਾਲਾ ਹੈ ਤੇ ਜਿਹੜਾ ਦੇਣ ਵਾਲਾ ਹੈ ਉਹ ਆਪਣੇ ਬਲ ਨਾਲ ਖੋ ਵੀ ਸਕਦਾ। ਤੂੰ ਇਤਨਾ ਸ਼ੁਕਰ ਕਰ
ਕਿ ਉਹਨੇ ਤੈਨੂੰ ਸਾਰੇ ਸਰੀਰਕ ਅੰਗ ਦੇ ਕੇ ਨਿਵਾਜਿਆ ਤੇ ਸਾਰੇ ਸਰੀਰਕ ਅੰਗਾਂ ਦੇ ਨਾਲ ਉਹਨੇ ਬਲ ਵੀ ਦਿੱਤਾ। ਵੇਖੋ ਕਈਆਂ ਕੋਲ ਅੰਗ ਹੁੰਦੇ ਨੇ ਪਰ ਅੰਗਾਂ ਵਿੱਚ ਬਲ ਨਹੀਂ। ਜਿਵੇਂ ਆਪਾਂ ਸੌਖੇ ਲਫ਼ਜ਼ਾਂ 'ਚ ਸਮਝ ਲਈਏ, ਕਈਆਂ ਨੂੰ ਰੱਬ ਨੇ ਨੇਤਰ ਦੇ ਕੇ ਨਿਵਾਜਿਆ ਪਰ ਨੇਤਰਾਂ ਵਿੱਚ ਬਲ ਨਹੀਂ ਦਿੱਤਾ। ਕਈਆਂ ਨੂੰ ਰੱਬ ਨੇ ਕੰਨ ਦੇ ਕੇ ਕੰਨ ਤੇ ਦਿੱਤੇ ਨੇ ਪਰ ਕੰਨਾਂ ਵਿੱਚ ਬਲ ਨਹੀਂ ਦਿੱਤਾ। ਕਈਆਂ ਨੂੰ ਰੱਬ ਨੇ ਹੱਥ ਵੀ ਦਿੱਤੇ, ਪੈਰ ਵੀ ਦਿੱਤੇ ਪਰ ਇਹਨਾਂ ਵਿੱਚ ਬਲ ਨਹੀਂ ਦਿੱਤਾ। ਇਸ ਲਈ ਮੈਂ ਲਫ਼ਜ਼ ਵਰਤ ਰਿਹਾ ਕਿ ਜੀਵ ਇਸਤਰੀਏ ਤੂੰ ਸ਼ੁਕਰ ਕਰ ਕਿ ਰੱਬ ਨੇ ਸਾਰੇ ਸਰੀਰਕ ਅੰਗ ਦਿੱਤੇ ਨੇ ਤੇ ਉਹਨਾਂ ਸਰੀਰਕ ਅੰਗਾਂ ਦੇ ਨਾਲ ਨਾਲ ਉਹਨੇ ਤੈਨੂੰ ਬਲ ਵੀ ਦਿੱਤਾ, ਉਹਨੇ ਤੈਨੂੰ ਤਾਕਤ ਵੀ ਦਿੱਤੀ ਹੈ। ਮਤਲਬ ਅੱਖਾਂ ਨੂੰ ਤੇਰੀਆਂ ਨੂੰ ਬਲ ਦਿੱਤਾ ਤੂੰ ਵੇਖ ਸਕੇ, ਕੰਨਾਂ ਨੂੰ ਤੇਰੀਆਂ ਨੂੰ ਬਲ ਦਿੱਤਾ ਤੂੰ ਸੁਣ ਸਕੇ, ਜੇਬਾਂ ਨੂੰ ਤੇਰੀ ਨੂੰ ਬਲ ਦਿੱਤਾ ਤੂੰ ਬੋਲ ਸਕੇ ਜਾਂ ਤੂੰ ਰਸ ਜਿਹੜਾ ਉਹਨੂੰ ਚੱਖ ਸਕੇ, ਤੇਰੇ ਪੈਰਾਂ ਨੂੰ ਬਲ ਦਿੱਤਾ ਤੂੰ ਚੱਲ ਕੇ ਦੂਜੀ ਥਾਂ ਤੇ ਜਾ ਸਕੇ, ਤੇਰੇ ਹੱਥਾਂ ਨੂੰ ਤਾਕਤ ਦਿੱਤੀ ਤੂੰ ਆਪਣੇ ਹੱਥਾਂ ਨਾਲ ਕਰਮ ਜਿਹੜੇ ਉਹ ਕਰ ਸਕੇ। ਤੂੰ ਤੇ ਸ਼ੁਕਰਗੁਜ਼ਾਰ ਉਹ ਪਰਮਾਤਮਾ ਨੇ ਜਿਨਨੇ ਤੈਨੂੰ ਇੰਨੀ ਸੁੰਦਰ ਕਾਇਆ ਬਲ ਸਹਿਤ ਦੇ ਕੇ ਨਿਵਾਜਿਆ। ਸੱਜਣਾ ਤੂੰ ਤੇ ਉਹਦਾ ਸ਼ੁਕਰਗੁਜ਼ਾਰਦਿਆਂ ਕਦੇ ਥੱਕੇ ਨਾ, ਤੇਰਾ ਇੱਕ ਇੱਕ ਰੋਮ ਉਹਦਾ ਸ਼ੁਕਰਾਨਾ ਕਰਦਾ ਰਹੇ। ਪਰ ਇਹ ਜੀਵ ਇਸਤਰੀ ਜਿਹੜੀ ਹੈ ਨਾ, ਇਹਦੇ ਹਾਲਾਤ ਐਸੇ ਬਣ ਗਏ ਕਿ ਇਹਨੇ ਉਹ ਤੰਗੀ ਆਪਣੇ ਆਪ ਨੂੰ ਵੇਖਿਆ, ਉਹ ਤੰਗੀ ਨੂੰ ਵੇਖਿਆ ਤੇ ਆਪਣੀ ਉਹ ਤੰਗੀ ਨੂੰ ਵੇਖਦਿਆਂ ਹੋਇਆ ਇਹ ਗਰਭ ਨਾਲ ਭਰ ਗਈ। ਉਹ ਤੰਗੀ ਮਤਲਬ ਆਪਣੀ ਸਰੀਰਕ ਡੀਲ ਡੋਲਤਾ, ਆਪਣੀ ਸਰੀਰਕ ਸੁੰਦਰਤਾ, ਆਪਣੇ ਉੱਚੇ ਸਰੀਰਕ ਅੰਗਾਂ ਨੂੰ ਵੇਖਦਿਆਂ ਹੋਇਆ ਇਹ ਪਿਓਹਰੀ। ਹੁਣ ਪਿਓਹਰੀ ਦਾ ਅਰਥ ਜੇ ਆਪਾਂ ਇੱਥੇ ਕਰਾਂਗੇ ਤੇ ਉਹ ਸਮਰੱਥਾ ਦੇ ਨਾਲ, ਬਲ ਦੇ ਨਾਲ, ਤਾਕਤ ਨਾਲ ਭਰੀ ਹੋਈ ਜਿਹੜੀ ਜੀਵ ਇਸਤਰੀ ਹੈ, ਗਹਿਰੀ ਗੰਭੀਰੀ, ਜਿਹੜੀ ਬੜੀ ਗੰਭੀਰਤਾ ਵਾਲੀ ਹੈ, ਬੜੀ ਗਹਿਰੀ ਹੈ, ਮਤਲਬ ਬੜੀ ਮਜ਼ਬੂਤ ਪਕੜ ਦੀ ਮਾਲਕ ਹੈ ਇਹ ਜੀਵ ਇਸਤਰੀ। ਤੇ ਇਹ ਆਪਣੀ ਸਹੇਲੀ ਨੂੰ ਕੀ ਆਖਦੀ ਹੈ? ਸਸੁੜ ਸੁਹੀਆ ਕਿਵ ਕਰੀ ਨਿਵਣ ਨਾ ਜਾਏ ਥਣੀ। ਵੀ ਮੈਂ ਆਪਣੇ ਇਸ ਸਰੀਰਕ ਬਲ ਕਰਕੇ, ਇਸ ਸਰੀਰਕ ਤਾਕਤ ਕਰਕੇ ਮੈਂ ਆਪਣੀ ਸੱਸ ਦੇ ਅੱਗੇ ਨਿਵ ਨਹੀਂ ਸਕਦੀ ਤੇ ਮੈਨੂੰ ਦੱਸ ਮੈਂ ਉਹਦੇ ਅੱਗੇ ਨਿਵਾਂ ਕਿਵੇਂ, ਮੈਂ ਉਹਦੇ ਅੱਗੇ ਝੁਕਾਂ ਕਿਵੇਂ। ਝੁਕਣਾ ਤੇ ਪਏਗਾ, ਸੁਭਾਵਿਕ ਜਿਹੀ ਬਾਤ ਹੈ। ਜੇ ਸੰਸਾਰਕ ਤੌਰ ਤੇ ਵੀ ਵੇਖ ਲਾਂਗੇ, ਰਿਸ਼ਤਾ ਹੀ ਸੱਸ ਤੇ ਨਹੁੰ ਦਾ ਐਸਾ ਵੀ ਨਹੁੰ ਨੂੰ ਸੱਸ ਅੱਗੇ ਨਿਵਣਾ ਹੀ ਪੈਣਾ। ਜੇ ਸੰਸਾਰਕ ਤੌਰ ਤੇ ਵੀ ਵੇਖ ਲਾਂਗੇ ਤੇ ਜੇ ਅਧਿਆਤਮ ਤੌਰ ਤੇ ਵੇਖਾਂਗੇ, ਸੰਸਾਰਕ ਤੌਰ ਤੇ ਹੋ ਸਕਦਾ ਨਹੁੰ ਸੱਸ ਅੱਗੇ ਨਾ ਨਿਵੇ, ਉਹ ਇੰਨੀ ਜ਼ਿਆਦਾ ਹੰਕਾਰੀ ਹੋਵੇ ਵੀ ਆਪਣੀ ਸੱਸ ਨੂੰ ਆਪਣੇ ਅੱਗੇ ਝੁਕਾਉਣ ਦੀ ਸਮਰੱਥਾ ਰੱਖਦੀ ਹੋਵੇ। ਹੋ ਸਕਦਾ ਇਦਾਂ ਵੀ ਹੋ ਸਕਦਾ, ਪਰ ਅਧਿਆਤਮ ਤੌਰ ਤੇ ਆ ਨਹੀਂ ਜੇ ਹੋਣਾ। ਅਧਿਆਤਮਕ ਤੌਰ ਤੇ ਕਦੇ ਇਦਾਂ ਨਹੀਂ ਵਾਪਰਨਾ ਵੀ ਨਹੁੰ ਕਵੇ ਸੱਸ ਹੁਣ ਮੇਰੇ ਅੱਗੇ ਝੁਕੇ, ਇੱਥੇ ਨਹੁੰ ਨੂੰ ਹੀ ਸੱਸ ਅੱਗੇ ਨਿਵਣਾ ਪੈਣਾ। ਮਤਲਬ ਜੀਵ ਇਸਤਰੀ ਨੂੰ ਰੱਬ ਅੱਗੇ ਝੁਕਣਾ ਪੈਣਾ। ਇਹ ਕਦੇ ਨਹੀਂ ਹੋ ਸਕਦਾ ਕਿ ਰੱਬ ਆ ਕੇ ਜੀਵ ਇਸਤਰੀ ਅੱਗੇ ਨਿਵੇਗਾ, ਜਿੰਨਾ ਮਰਜ਼ੀ ਯਤਨ ਕਰ ਲੇ। ਸਗੋਂ ਜਿੰਨੀ ਗਰਭ ਵਿੱਚ ਜੀਵ ਇਸਤਰੀ ਭਰਦੀ ਜਾਏਗੀ, ਜਿੰਨੀ ਅਹੰਕਾਰ ਵਿੱਚ ਜੀਵ ਇਸਤਰੀ ਭਰਦੀ ਜਾਏਗੀ, ਉਨੀ ਜ਼ਿਆਦਾ ਦੂਰੀ ਇਹਦੀ ਪਰਮੇਸ਼ਵਰ ਨਾਲੋਂ ਵੱਧਦੀ ਜਾਣੀ ਹੈ। ਨੇੜਤਾ ਘਟਣ ਦੀ ਬਜਾਏ ਇਹਦੀ ਨੇੜਤਾ ਜਿਹੜੀ ਨਾ, ਉਹ ਨੇੜਤਾ ਵਧਣ ਦੀ ਬਜਾਏ, ਮਤਲਬ ਨਜ਼ਦੀਕੀਆਂ ਵਧਣ ਦੀ ਬਜਾਏ ਨਜ਼ਦੀਕੀਆਂ ਘਟਦੀਆਂ ਜਾਣਗੀਆਂ ਤੇ ਦੂਰੀਆਂ ਵੱਧਦੀਆਂ ਜਾਣਗੀਆਂ। ਇਹ ਜਿੰਨੀ ਗਰਭ ਵਿੱਚ ਭਰਦੀ ਜਾਏਗੀ। ਸਤਿਗੁਰੂ ਜੀ ਨੇ ਇਸੇ ਕਰਕੇ ਆਖਿਆ ਸੀ ਬਾਣੀ ਦੇ ਅੰਦਰ ਕਿ ਭਾਈ ਹੇ ਜੀਵ ਇਸਤਰੀਏ ਤੂੰ ਆਪਣੇ ਵੱਲ ਖਿਆਲ ਕਰਕੇ ਵੇਖ। ਤੇ ਸਤਿਗੁਰੂ ਨੇ ਪਤਾ ਕੀ ਆਖਿਆ ਸੀ? ਸ਼ੇਖਾ ਤੂੰ ਅੰਦਰੋਂ ਜ਼ੋਰ ਛੱਡ, ਆਪਣਾ ਅੰਦਰਲਾ ਤੇ ਜ਼ੋਰ ਛੱਡ। ਉਹ ਤੇ ਕਿੱਡਾ ਚੁੱਕੀ ਫਿਰਦਾ ਤੂੰ। ਗੱਲ ਤੇ ਅੰਦਰਲਾ ਜ਼ੋਰ ਛੱਡਣ ਦੀ ਆ, ਬਾਹਰਲਾ ਜ਼ੋਰ ਤੇ ਤੂੰ ਅੱਜ ਛੱਡ ਰਿਹਾ ਕੱਲ ਨੂੰ ਪਕੜ ਲਏਗਾ, ਅੱਜ ਪਕੜਿਆ ਕੱਲ ਨੂੰ ਛੱਡਣਾ ਪਏਗਾ, ਨਹੀਂ ਛੱਡੇਗਾ ਉਹਨੇ ਛਡਾ ਲੈਣਾ। ਬਾਹਰੀ ਜ਼ੋਰ ਤੇ ਇਹੀ ਹੈ ਨਾ। ਬਾਹਰੀ ਤੌਰ ਉੱਤਰਲੀ ਤਾਕਤ ਅਸੀਂ ਓਨਾ ਚਿਰ ਹੀ ਵਰਤ ਸਕਦੇ ਹਾਂ ਜਿੰਨਾ ਚਿਰ ਸਰੀਰ ਵਿੱਚ ਬਲ ਹੈ। ਜਿੱਦਣ ਰੱਬ ਨੇ ਚਾਹਿਆ ਉਦਣ ਉਹਨੇ ਸਰੀਰਕ ਬਲ ਸਾਰਾ ਖੋਹ ਲੈਣਾ, ਫਿਰ ਉੱਥੇ ਸਾਡਾ ਬਲ ਨਹੀਂ ਕਰਮ ਆਏਗਾ, ਕੰਮ ਨਹੀਂ ਆਏਗਾ। ਜਿਵੇਂ ਆਪਾਂ ਅਕਸਰ ਵੇਖਦੇ ਹਾਂ, ਜਵਾਨੀ ਦੇ ਨਸ਼ੇ ਵਿੱਚ ਮਸਤ ਹੋ ਜਾਂਦਾ ਅਕਸਰ ਇਨਸਾਨ। ਆਪਣੀ ਜੋਬਨ ਦੇ ਨਸ਼ੇ ਵਿੱਚ, ਮਦ ਵਿੱਚ ਮਸਤ ਹੋਇਆ ਇਨਸਾਨ ਭੁੱਲ ਜਾਂਦਾ ਵੀ ਮੈਂ ਦੁਨੀਆ ਤੇ ਆਇਆ ਤੇ ਜਾਣਾ ਵੀ ਹੈ। ਮੈਨੂੰ ਬਣਾਉਣ ਵਾਲਾ ਮੇਰੇ ਸਿਰ ਤੇ ਬੈਠਾ, ਮੈਨੂੰ ਸੱਦਣ ਵਾਲਾ ਮੇਰੇ ਸਿਰ ਤੇ ਬੈਠਾ, ਅਕਸਰ ਭੁੱਲ ਜਾਂਦਾ। ਜਦੋਂ ਜਵਾਨੀ ਦਾ ਨਸ਼ਾ ਉਤਰਨ ਲੱਗਦਾ, ਹੁਣ ਖਿਆਲ ਕਰਿਓ, ਜਦੋਂ ਜਵਾਨੀ ਦਾ ਨਸ਼ਾ ਉਤਰਨ ਲੱਗਦਾ, ਜਿਵੇਂ ਜਿਵੇਂ ਨਸ਼ਾ ਉਤਰਦਾ ਜਾਂਦਾ ਤਿਵੇਂ ਤਿਵੇਂ ਸੋਝੀ ਆਉਣ ਲੱਗ ਜਾਂਦੀ ਵੀ ਨਹੀਂ ਅਜੇ ਬੈਠਾ ਮੇਰੇ ਸਿਰ ਤੇ ਜਿਹਨੇ ਮੈਨੂੰ ਬਣਾਇਆ।
ਫਿਰ ਉਹ ਜਿਵੇਂ ਜਿਵੇਂ ਨਸ਼ਾ ਉਤਰਦਾ ਜਾਂਦਾ ਨਾ ਤਿਵੇਂ ਤਿਵੇਂ ਪਤਾ ਲੱਗਦਾ ਵੀ ਮੇਰਾ ਤੇ ਜੀਵਨ ਸਾਰਾ ਖਤਮ ਹੋ ਗਿਆ, ਬਰਬਾਦ ਕਰ ਲਈ ਮੈਂ ਤੇ ਜ਼ਿੰਦਗੀ ਆਪਣੀ ਸਾਰੀ। ਅਕਸਰ ਮਦ ਵਿੱਚ ਮਸਤ ਹੋਇਆ ਬੰਦਾ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨਾ ਕਿ ਜਦੋਂ ਮਦ ਵਿੱਚ ਮਸਤ ਹੋ ਜਾਂਦਾ ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਇਹਨੂੰ ਨਾ ਆਪਣੇ ਦੀ ਸਮਝ ਆਉਂਦੀ ਨਾ ਪਰਾਏ ਦੀ ਪਤਾ ਲੱਗਦਾ। ਨਸ਼ੇ ਵਿੱਚ ਮਸਤ ਹੋਇਆ ਨਾ ਆਪਣੇ ਨੂੰ ਪਛਾਣ ਸਕਦਾ ਨਾ ਪਰਾਏ ਨੂੰ। ਜਵਾਨੀ ਦੇ ਨਸ਼ੇ 'ਚ ਮਸਤ ਹੋਇਆ ਕਿਹੜਾ ਆਪਣੇ ਬਗਾਨੇ ਨੂੰ ਪਛਾਣਦਾ। ਜਦੋਂ ਬੰਦਾ ਜੋਬਨ ਦੇ ਨਸ਼ੇ ਵਿੱਚ ਮਸਤ ਹੋ ਜਾਂਦਾ ਫਿਰ ਨਾ ਆਪਣੇ ਦੀ ਪਛਾਣ ਆਈ ਨਾ ਬਗਾਨੇ ਦੀ। ਫਿਰ ਤੇ ਬਸ ਇੰਨਾ ਵੀ ਮੈਂ ਜੋਬਨ ਭਰਿਆ, ਜਵਾਨੀ ਨਾਲ ਭਰਿਆ, ਜਵਾਨੀ ਮੇਰੀ ਬੜੀ ਵੱਧ ਕੇ ਰੱਬ ਨੇ ਮੈਨੂੰ ਦਿੱਤੀ ਹੈ, ਤੇ ਫਿਰ ਨਾ ਆਪਣੇ ਦਾ ਪਤਾ ਲੱਗਾ ਨਾ ਪਰਾਏ ਦਾ ਪਤਾ ਲੱਗਾ। ਜਿਵੇਂ ਜਿਵੇਂ ਹੁਣ ਜਵਾਨੀ ਦਾ ਨਸ਼ਾ ਉਤਰਨ ਲੱਗਾ ਉਵੇਂ ਉਵੇਂ ਕੀ ਪਤਾ ਲੱਗਦਾ, ਨੈਨੋ ਨੀਰ ਵਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਹੁਣ ਪਤਾ ਲੱਗਿਆ। ਸਤਿਗੁਰੂ ਪੁੱਛਦੇ ਕਹਿੰਦੇ ਹੁਣ ਨਸ਼ਾ ਉਤਰਿਆ, ਹੁਣ ਦੱਸ ਪ੍ਰਾਣੀਆਂ ਕੀ ਕਰੇਗਾ, ਹੈ ਤੇਰੇ ਕੋਲ ਬਲ ਹੁਣ। ਫਿਰ ਮਾਲਕ ਆਖਦੇ ਮੇਰੇ ਰਾਮ ਰਾਏ ਹੋ ਬੈਦ ਬਨਵਾਰੀ, ਆਪਣੇ ਸੰਤਾਂ ਲੇਹੋ ਉਬਾਰੀ। ਰੱਬ ਜੀ ਕਿਤੇ ਕਿਰਪਾ ਕਰੋ ਹੁਣ ਬਚਾ ਲਓ। ਸਤਿਗੁਰੂ ਜੀ ਨੇ ਆਖਿਆ ਕਹਿੰਦੇ ਸਸੁੜ ਸੋਹੀਆ ਕਿਵ ਕਰੀ, ਨਿਵਣ ਨਾ ਜਾਏ। ਮੇਰੇ ਤੋਂ ਨਹੀਂ ਨਿਵਿਆ ਜਾਂਦਾ ਆਪਣੇ ਗਰਬ ਕਰਕੇ, ਆਪਣੀ ਆਕੜ, ਆਪਣੇ ਅਹੰਕਾਰ ਕਰਕੇ, ਆਪਣੇ ਬਲ ਕਰਕੇ, ਆਪਣੀ ਜਵਾਨੀ ਕਰਕੇ, ਇਹਨਾਂ ਸਾਰੀਆਂ ਚੀਜ਼ਾਂ ਕਰਕੇ ਮੈਂ ਆਪਣੀ ਸੱਸੂ ਅੱਗੇ ਨਿਭ ਨਹੀਂ ਸਕਦੀ, ਉਹਦੇ ਅੱਗੇ ਨਮਸਕਾਰ ਮੇਰੇ ਤੋਂ ਨਹੀਂ ਹੋ ਰਹੀ। ਮੈਨੂੰ ਮਾਣ ਹੈ, ਅਹੰਕਾਰ ਹੈ ਮੈਨੂੰ ਕਿ ਮੈਨੂੰ ਸੁੰਦਰ ਕਾਇਆ ਦੇ ਕੇ ਨਵਾਜੇ ਹੈ, ਤੇ ਮੈਂ ਆਪਣੀ ਜਵਾਨੀ ਉਹਦੇ ਅੱਗੇ ਝੁੱਕ ਕੇ ਨਹੀਂ ਬਤੀਤ ਕਰਨੀ। ਗੱਲ ਤੇ ਗਰਬ ਦੀ ਹੈ ਨਾ। ਜਿਹੜਾ ਹੰਕਾਰਿਆ ਹੋਵੇ ਉਹ ਫਿਰ ਇਸ ਗੱਲ ਨੂੰ ਥੋੜੀ ਵੇਖਦਾ ਮੇਰੇ ਸਾਹਮਣੇ ਕੌਣ ਖੜੋਤਾ ਕੌਣ ਨਹੀਂ। ਉਹਨੂੰ ਤੇ ਸਿਰਫ ਆਪਣੇ ਅਹੰਕਾਰ ਤੱਕ ਮਤਲਬ ਹੈ, ਉਹਨੂੰ ਸਿਰਫ ਆਪਣੇ ਗਰਬ ਤੱਕ ਮਤਲਬ ਹੈ, ਤੇ ਉਹ ਆਪਣੇ ਗਰਬ ਨੂੰ ਵਧਾਉਣ ਦੇ ਲਈ, ਆਪਣੇ ਅਹੰਕਾਰ ਨੂੰ ਵਧਾਉਣ ਦੇ ਲਈ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹੈ। ਤੇ ਇਹ ਜੀਵ ਇਸਤਰੀ ਇੰਨੀ ਜ਼ਿਆਦਾ ਗਰਬ ਵਿੱਚ ਫਸ ਚੁੱਕੀ ਹੈ, ਇਹ ਇੱਥੋਂ ਤੱਕ ਵੀ ਜਿਹੜਾ ਨਾ ਉਹ ਆਖ ਦਿੰਦੀ ਹੈ ਕਿ ਮੈਂ ਉਹਦੇ ਅੱਗੇ ਨਹੀਂ ਝੁਕਣਾ, ਚਾਹੇ ਜੋ ਮਰਜ਼ੀ ਵਾਪਰ ਜਾਏ, ਜੋ ਮਰਜ਼ੀ ਹੋ ਜਾਏ। ਇਹ ਰੱਬ ਅੱਗੇ ਨਮਸਕਾਰਾਂ ਕਰਨ ਤੋਂ ਗੁਰੇਜ਼ ਕਰ ਜਾਂਦੀ ਹੈ, ਸਿਰਫ ਇੱਕ ਗਰਬ ਕਰਕੇ। ਸਤਿਗੁਰੂ ਨੇ ਇਸੇ ਕਰਕੇ ਇਹਨੂੰ ਪੁੱਛਿਆ। ਅੱਜ ਇੱਕ ਸਖੀ ਦੂਜੀ ਨੂੰ ਸਵਾਲ ਕਰਦੀ ਵੀ ਦੱਸ ਮੈਂ ਨਿਵਣਾ ਤੇ ਚਾਹੁੰਦੀ ਆ ਪਰ ਮੇਰਾ ਅਹੰਕਾਰ ਮੈਨੂੰ ਨਿਵਣ ਨਹੀਂ ਦਿੰਦਾ। ਗੱਚ ਜੇ ਲੱਗਾ ਗਿੜਵੜੀ, ਸਖੀਏ ਧੌਲ ਹਰੀ। ਫਿਰ ਦੂਜੀ ਜਵਾਬ ਦਿੰਦੀ ਹੈ। ਉਹ ਜਵਾਬ ਦਿੰਦੇ ਆਖਦੀ ਹੈ, ਕਹਿੰਦੀ ਮੰਨਿਆ ਭਾਈ ਤੇਰੇ ਕੋਲ ਬਲ ਬਹੁਤ ਹੈ, ਇਹ ਵੀ ਮੰਨ ਲਿਆ ਕਿ ਤੇਰੀ ਸਰੀਰਕ ਸੁੰਦਰਤਾ ਵੀ ਬਹੁਤ, ਤੂੰ ਅੱਜ ਤੱਕ ਕਿਸੇ ਅੱਗੇ ਨਿਵੀ ਨਹੀਂ ਹੈ, ਝੁਕੀ ਨਹੀਂ, ਇਹ ਵੀ ਮੰਨ ਲਿਆ। ਪਰ ਖਿਆਲ ਕਰੀ ਗੱਚ ਜੇ ਲੱਗਾ, ਗਿੜ ਬੜੀ, ਗੱਚ ਮਤਲਬ ਪਲਸਤਰ ਕੀਤਾ ਹੋਇਆ, ਚੰਗੀ ਤਰ੍ਹਾਂ ਚੂਨਾ ਫੇਰਿਆ ਹੋਇਆ, ਪੱਕੇ ਘਰ ਜਿਹੜੇ ਬਣੇ, ਪਹਾੜਾਂ ਜਿੱਡੇ ਉੱਚੇ ਉੱਚੇ। ਸਖੀਏ ਧੌਲ ਹਰੀ, ਜਿਹੜੇ ਉੱਚੇ ਉੱਚੇ ਮਹੱਲ ਸਨ ਨਾ, ਉਹ ਵੱਡੇ ਵੱਡੇ ਪੱਕੇ ਘਰ ਜਿਹੜੇ ਬਣੇ ਹੋਏ ਸੀ, ਉਹ ਸਾਰੇ ਦੇ ਸਾਰੇ ਜਿਨ੍ਹਾਂ ਨੂੰ ਗੱਚ ਲੱਗਾ ਹੋਇਆ, ਤੇ ਜਿਨ੍ਹਾਂ ਨੂੰ ਵੇਖ ਕੇ ਬਕਾਇਦਾ ਬਣਾਉਣ ਵਾਲਾ ਜਿਹੜਾ ਆ ਕੇ ਉਹਦੀ ਉਸਾਰੀ ਕਰਨ ਵਾਲਾ ਸੀ, ਜਿਨਨੇ ਉਸਾਰੇ ਉਹ ਮਹੱਲ ਤੇ ਜਿਨਨੇ ਬਣਵਾਏ, ਦੋਵੇਂ ਸ਼ਾਮਲ। ਬਣਾਉਣ ਵਾਲੇ ਨੇ ਆਖਿਆ ਮੈਂ ਇੰਨੇ ਚਿਰ ਦੀ ਗਾਰੰਟੀ ਲੈਣਾ ਕਿ ਇਹ ਡਿੱਗੇਗਾ ਨਹੀਂ। ਜਿਨਨੇ ਬਣਵਾਇਆ ਉਹਨੇ ਬਣਵਾਉਂਦੇ ਨੇ ਇਹ ਗੱਲ ਆਖੀ ਸੀ ਵੀ ਇਦਾਂ ਦਾ ਬਣਾਇਓ, ਇੰਨਾ ਚਿਰ ਡਿੱਗਣਾ ਨਹੀਂ ਚਾਹੀਦਾ। ਪਰ ਬਾਬਾ ਕਬੀਰ ਜੀ ਨੂੰ ਪੜੋ, ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਘਾਹ ਜੰਮਣ ਲੱਗਿਆ ਬਹੁਤਾ ਚਿਰ ਨਹੀਂ ਲੱਗਦਾ, ਤੇ ਆ ਜਿਹੜੇ ਧੌਲ ਹਰ ਤੂੰ ਲੈ ਕੇ ਬੈਠਾ ਨਾ, ਉੱਚੇ ਉੱਚੇ ਮਹੱਲ ਲੈ ਕੇ ਬੈਠਾ, ਸੱਜਣਾ ਢਹਿਣ ਲੱਗਿਆ ਵੀ ਬਹੁਤਾ ਚਿਰ ਨਹੀਂ ਲੱਗਦਾ। ਉਹਨੇ ਕਿਹੜਾ ਪੁੱਛ ਕੇ ਢਾਉਣਾ ਤੈਨੂੰ, ਨਾ ਪੁੱਛ ਕੇ ਸਾਜਦਾ ਤੇ ਨਾ ਪੁੱਛ ਕੇ
ਢਾਉਂਦਾ। ਤੂੰ ਜੇ ਆਪਣੇ ਸਰੀਰਕ ਰੂਪ ਮਹੱਲ ਵੱਲ ਵੀ ਵੇਖ ਲਏਂਗੀ ਨਾ ਜੀਵ ਇਸਤਰੀਏ, ਤੇ ਇਹ ਮਹੱਲ ਉਸ ਰੱਬ ਦਾ ਸਾਜਿਆ ਹੋਇਆ ਹੈ। ਤੇ ਇਹ ਮਹੱਲ ਜਿਸ ਰੱਬ ਨੇ ਸਾਜਿਆ, ਤੂੰ ਗਰੰਟੀ ਲੈ ਕੇ ਬੈਠੀ ਆ ਕਿ 100 ਸਾਲ ਦੀ ਮੇਰੀ ਜ਼ਿੰਦਗੀ ਹੈ। ਤੈਨੂੰ ਤੇ ਉਹਨੇ ਇੱਕ ਸਾਹ ਦਾ ਨਹੀਂ ਦੱਸਿਆ ਵੀ ਤੂੰ ਰਹਿਣਾ ਕਿ ਨਹੀਂ ਰਹਿਣਾ। ਹੁਣ ਮਨੁੱਖ ਆਪਣੀ ਕਾਇਆ ਵੱਲ ਵੇਖ ਕੇ ਅਕਸਰ ਕੀ ਕਹਿੰਦਾ, ਉਹਦੇ ਤੇ ਜ਼ਿੰਦਗੀ ਬੜੀ ਪਈ ਹੈ, ਅਜੇ ਮੈਂ ਜ਼ਿੰਦਗੀ 'ਚ ਵੇਖਿਆ ਹੀ ਕੀ ਹੈ। ਪਰ ਪਤਾ ਇਹ ਵੀ ਨਹੀਂ ਵੀ ਮੈਂ ਆਸ ਲਾ ਕੇ ਬੈਠਾ ਬੜੀ ਜ਼ਿੰਦਗੀ ਪਈ, ਅਗਲਾ ਸਾਹ ਵੀ ਆਉਣਾ ਕਿ ਨਹੀਂ ਆਉਣਾ ਇਹ ਵੀ ਨਹੀਂ ਪਤਾ। ਆਸ 100 ਸਾਲਾਂ ਦੀ ਲਾ ਕੇ ਬੈਠਾ। ਤੇ ਸਤਿਗੁਰੂ ਜੀ ਕਹਿੰਦੇ, ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ। ਹੇ ਮੇਰੀਏ ਸਖੀਏ ਸਹੇਲੀਏ, ਵੀ ਤੂੰ ਆਪਣੀ ਇਸ ਜਵਾਨੀ ਤੇ ਮਾਣ ਕਰੀ ਬੈਠੀ ਐ। ਤੂੰ ਕਦੇ ਖਿਆਲ ਕੀਤਾ ਵੀ ਜਿਹੜੇ ਉੱਚੇ ਉੱਚੇ ਮਹੱਲ ਬਣਾਏ ਗਏ, ਜਿਨ੍ਹਾਂ ਨੂੰ ਬੜਾ ਚੰਗਾ ਲੇਪਣ ਫੇਰਿਆ ਗਿਆ, ਜਿਨ੍ਹਾਂ ਨੂੰ ਬੜਾ ਸੋਹਣਾ ਗੱਚ ਲਾਇਆ ਗਿਆ, ਚੂਨਾ ਲਾ ਕੇ ਬੜੇ ਪੱਕੇ ਮਹੱਲ ਜਿਹੜੇ ਬਣਾਏ ਗਏ ਨਾ, ਉਹਨਾਂ ਨੂੰ ਢਹਿੰਦਿਆਂ ਵੀ ਬਹੁਤਾ ਚਿਰ ਨਹੀਂ ਲੱਗਦਾ। ਤੇ ਪੀ ਟਹਿੰਦੇ ਡਿਠ ਮੈਂ ਮੁੰਦਨਾ ਗਰਭ ਥਣੀ। ਤੇ ਇਸ ਲਈ ਮੈਂ ਤੈਨੂੰ ਆਖਦੀ ਆ ਵੀ ਜਵਾਨੀ ਦਾ ਮਾਣ ਨਾ ਕਰ। ਆਪਣੇ ਜੋਬਨ ਦਾ, ਆਪਣੇ ਸਰੀਰਕ ਬਲ ਦਾ, ਸਰੀਰਕ ਸੁੰਦਰਤਾ ਦਾ ਮਾਣ ਨਾ ਕਰ, ਕਿਉਂਕਿ ਸੇਪ ਹੀ ਟਹਿੰਦੇ ਡਿੱਠ ਮੈਂ। ਉਹ ਵੀ ਢਹਿੰਦੇ ਵੇਖੇ ਨੇ ਜਿਨ੍ਹਾਂ ਵੱਲ ਕਦੇ ਉਂਗਲਾਂ ਕਰ ਕਰਕੇ ਕਿਹਾ ਜਾਂਦਾ ਸੀ ਆਹ ਨਹੀਂ ਮਹੱਲ ਕਿਤੇ ਜਾਂਦਾ, ਪਰ ਉਹ ਢਹਿ ਢੇਰੀ ਹੋਣ ਲੱਗਿਆ ਬਹੁਤਾ ਚਿਰ ਨਹੀਂ ਲੱਗਾ। ਦੇਖੋ ਨਾ, ਆਪਾਂ ਸਿਰਫ ਇੱਕ ਸੰਸਾਰਕ ਉਦਾਹਰਨ ਹੀ ਰੱਖਦਾ ਚੱਲਾਂ। ਘਰ ਬਣਾਉਣ ਲੱਗਿਆ ਮਨੁੱਖ ਬੜਾ ਖਿਆਲ ਰੱਖਦਾ ਕਿ ਮਜ਼ਬੂਤੀ ਵਾਲਾ ਬਣੇ, ਮਜ਼ਬੂਤ ਬਣੇ ਮੇਰਾ ਮਹੱਲ ਜਿਹੜਾ ਮੈਂ ਬਣਾਉਣ ਲੱਗਾ। ਇੰਨੇ ਬੜਿਆਂ ਜਣਿਆਂ ਤੋਂ ਪੁੱਛ ਕੇ ਮੈਟੀਰੀਅਲ ਵਰਤਿਆ, ਯੂਜ਼ ਕੀਤਾ ਕਿ ਮੇਰਾ ਘਰ ਪੱਕਾ ਬਣੇ, ਛੇਤੀ ਢਵੇ ਨਾ, ਟੁੱਟੇ ਨਾ, ਡਿੱਗੇ ਨਾ। ਜਦੋਂ ਬਣ ਕੇ ਤਿਆਰ ਹੋ ਗਿਆ ਨਾ ਬੰਦਾ ਬੜਾ ਖੁਸ਼, ਮਹਲ ਬਣ ਗਿਆ ਮੇਰਾ। ਤੇ ਜਿਹਨੂੰ ਵੀ ਆਖੇ ਉਹਨੂੰ ਮਾਣ ਨਾਲ ਆਖੇ ਵੀ ਇੰਨੇ ਕੁ ਚੰਗੇ ਢੰਗ ਨਾਲ ਬਣਵਾਇਆ, ਮੈਂ ਰਹਿਣਾ ਆਪ ਹੀ ਹੈ, ਮੈਂ ਕਿਹੜਾ ਵੇਚਣਾ ਹੈ, ਮੈਂ ਬੜੇ ਚੰਗੇ ਢੰਗ ਨਾਲ ਬਣਾਇਆ, 100 ਸਾਲ ਨਹੀਂ ਕਿਤੇ ਜਾਂਦਾ। ਉਹ ਦੂਜਾ ਵੀ ਵੇਖ ਕੇ ਕਹਿੰਦਾ ਵਾਕਈ ਬਾਈ ਬੜਾ ਸੋਹਣਾ ਬਣਾਇਆ ਤੂੰ ਘਰ ਆਪਦਾ, ਬੜਾ ਮਜ਼ਬੂਤ ਬਣਾਇਆ। ਉਹੀ 4 ਦਿਨਾਂ ਬਾਅਦ ਨਾ ਇੱਕ ਕੁਦਰਤੀ ਆਫਤ ਆਉਂਦੀ ਹੈ, ਤੇ ਉਹ ਕੁਦਰਤੀ ਆਫਤ ਜਿਹੜੀ ਨਾ ਅਰਥਕੁਇਕ ਦੇ ਰੂਪ ਅੰਦਰ, ਭੁਚਾਲ ਦੇ ਰੂਪ ਅੰਦਰ ਆਉਂਦੀ, ਤੇ ਉਹਨੇ ਸਾਰਾ ਹੀ ਢਹਿ ਢੇਰੀ ਕਰਕੇ ਰੱਖਤਾ। ਕਿੱਥੇ ਗਏ 100 ਸਾਲ? ਗੱਲ ਹੈ ਨਦਰ ਸਿੱਧੀ ਤੇ ਉਪੱਠੀ, ਬਸ ਇੰਨਾ ਹੀ ਫਰਕ ਹੈ। ਜੇ ਤੇ ਸਵੱਲੀ ਹੈ ਫਿਰ ਤੇ ਤੂਫਾਨ ਚੱਲਿਆ ਝੁੱਗੀਆਂ ਵੀ ਨਹੀਂ ਉੱਡਣ ਦਿੰਦਾ, ਤੇ ਜੇ ਉਪੱਠੀ ਤੇ ਆ ਗਿਆ ਨਾ ਤੂਫਾਨ ਦੀ ਵੀ ਲੋੜ ਨਹੀਂ ਹੈ, ਹਵਾ ਦਾ ਬੁੱਲਾ ਵੀ ਘਰ ਢਹਿ ਢੇਰੀ ਕਰ ਦੇਗਾ। ਜੇ ਤੇ ਨਦਰ ਸਵੱਲੀ ਹੈ, ਬਾਦਸ਼ਾਹ ਬਣਾਉਣ ਲੱਗਿਆ ਉਹਨੇ ਪੁੱਛਣਾ ਨਹੀਂ ਵੀ ਮੈਂ ਇਹਨੂੰ ਬਾਦਸ਼ਾਹ ਬਣਾਵਾਂ ਕਿ ਨਾ ਬਣਾਵਾਂ, ਉਹਨੇ ਚੁੱਕਣਾ ਤੇ ਚੁੱਕ ਕੇ ਤਖਤ ਤੇ ਬਿਠਾ ਦੇਣਾ। ਤੇ ਜੇ ਉਪੱਠੀ ਤੇ ਆ ਗਿਆ, ਹੁਣ ਉਪੱਠੀ ਨਜ਼ਰ ਕਰਨ ਲੱਗਿਆਂ ਵੀ ਉਹਨੇ ਕਿਸੇ ਦਾ ਮਸ਼ਵਰਾ ਨਹੀਂ ਲੈਣਾ, ਤੁਸੀਂ ਦੱਸੋ ਵੀ ਇਹਦਾ ਮਲੀਆ ਮੇਟ ਕਰਾਂ ਕਿ ਨਾ ਕਰਾਂ, ਉਹਨੇ ਪੁੱਛਣਾ ਥੋੜੀ ਕਿਸੇ ਨੂੰ। ਜੇ ਉਪੱਠੀ ਨਜ਼ਰ ਤੇ ਆ ਗਿਆ ਤੇ ਬਾਬੇ ਨਾਨਕ ਨੇ ਬੜੇ ਪਿਆਰ ਨਾਲ ਸਮਝਾਇਆ, ਉਹ ਸੱਜਣਾ ਖਿਆਲ ਕਰ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਉਹ ਭੀਖ ਵੀ ਨਹੀਂ ਦਿੰਦਾ ਕੋਈ ਜੇ ਉਹ ਨਦਰ ਉਪੱਠੀ ਤੇ ਆ ਜਾਏ। ਇਹ ਤੇ ਸ਼ੁਕਰ ਕਰ ਕਿ ਉਹਨੇ ਸਵੱਲੀ ਨਜ਼ਰ ਰੱਖੀ ਹੈ, ਇਹ ਤੇ ਤੂੰ ਸ਼ੁਕਰ ਗੁਜ਼ਾਰ ਕਿ ਉਹਨੇ ਉਪੱਠੀ ਨਹੀਂ, ਉਹਨੇ ਤੇਰੇ ਤੇ ਨਜ਼ਰ ਸਵੱਲੀ ਚੰਗੀ ਨਜ਼ਰ ਰੱਖੀ ਹੈ, ਉਹਨੇ ਉਪੱਠੀ ਨਹੀਂ ਕੀਤੀ। ਤੇ ਉਹ ਸਵੱਲੀ ਨਜ਼ਰ ਕਰਕੇ ਸੱਜਣਾ ਅੱਜ ਤੂੰ ਮਹਿਲਾਂ ਵਿੱਚ ਬੈਠਾ, ਉਸ ਸਵੱਲੀ ਨਜ਼ਰ ਕਰਕੇ ਅੱਜ ਤੂੰ ਤਖਤ ਤੇ ਬੈਠਾ, ਉਸ ਸਵੱਲੀ ਨਜ਼ਰ ਕਰਕੇ ਅੱਜ ਬਾਦਸ਼ਾਹੀ ਪਿਆ ਮਾਣਦਾ। ਤੂੰ ਇੰਨਾ ਖਿਆਲ ਰੱਖੀ, ਅੱਜ ਬਾਦਸ਼ਾਹ ਹੈ, ਪਰ ਚੇਤਾ ਰੱਖ ਉਹ ਉਪੱਠੀ ਨਜ਼ਰ ਕਰਨ ਲੱਗਿਆ ਉਹਨੇ ਰਾਤੋਂ ਰਾਤ ਤੈਨੂੰ ਢਹਿ ਢੇਰੀ ਵੀ ਕਰਕੇ ਰੱਖ ਦੇਣਾ। ਸਵੇਰ ਚੜਿਆ ਹੋ ਸਕਦਾ ਤੇਰੇ ਮਹੱਲ ਵਿੱਚ ਕੋਈ ਭੀਖ ਮੰਗਣ ਦੇਣ ਵਾਲਾ ਵੀ ਤੈਨੂੰ ਨਾ ਆਵੇ। ਅੱਜ ਤੇ ਤੇਰੇ ਕੋਲੋਂ ਮੰਗਣ ਵਾਲੇ ਆਉਂਦੇ ਨਾ,
मैं राजे कोल चल के आया जी, मेरी लोड़ पूरी करो। हो सकता है रातों रात ऐसी घटना, ऐसे हालात बन जाण कि तेरा महल भी तेरा ना रवे ते सवेरे होण दे उत्ते ते ਜਿਹੜੇ तेरे तो भीख मंगण आउंदे सन तैनूं उन्हां दे दर ते मंगण जाना पै जाए। कोई ਇਹਦੇ ਵਿੱਚ, क्योंकि पल का भी पता नहीं सानू ते बस इन्ना की है कि जिन्ना क है ते जितना रब दे रहा उन्ना क लैंदियां होया ते उन्ने क विच ही असीं हथ जोड़ के उहदा शुकराना करते रहिए भी रब्बा शुकर है इन्ना क दिता है। ते जिन्ना दिता है ना, ये मेरी समर्था तो वध के ही दिता है, घट नहीं दिता। उन्हां नालों मैं किते चंगा रब्बा जिन्हां नूं तूं इन्ना भी नहीं दिता। ते अक्सर असीं उन्हां वल वेखदे हां जिन्हां नूं वध दिता, उन्हां वल वेख के रब नाल शिकवा करीदा भी रब्बा तूं मैनूं दिता ही कुछ नहीं। उन्हां वल वेखण दी बजाए जदों अपने तो छोटियां वल वेखांगे ना, नीवियां वल वेखांगे, पता फेर लगदा रब्बा तूं ते बहुत कुछ दिता। भी मैं एक बंदा ਉਹ ਹੈ ਜਿਹੜਾ ਇੱਕ ਵਕਤ ਦੇ ਭੋਜਨ ਲਈ ਤਰਸ ਰਿਹਾ ਤੇ ਮੈਨੂੰ ਤੂੰ ਤਿੰਨੋਂ ਵਕਤ ਦਾ ਭੋਜਨ ਦੇ ਰਿਹਾ ਤੇ ਮੈਂ ਤਿੰਨੋਂ ਵਕਤ ਦਾ ਭੋਜਨ ਕਰਨ ਲੱਗਿਆ ਵੀ ਕਈ ਤਰ੍ਹਾਂ ਦੇ ਚੋਚਲੇ ਕਰਦਾ। ਮੈਂ ਆ ਵੀ ਨਹੀਂ ਖਾਣਾ ਤੇ ਮੈਂ ਉਹ ਵੀ ਨਹੀਂ ਖਾਣਾ। ਤੇ ਇੱਕ ਉਹ ਹੈ ਜਿਹੜਾ ਕਹਿੰਦਾ ਲੂਣ ਹੀ ਉੱਪਰ ਲਾ ਕੇ ਤੇ ਰੋਟੀ ਦੇ ਮੈਨੂੰ ਦੇ ਦਿਓ, ਪ੍ਰਸ਼ਾਦਾ ਦੇ ਦਿਓ, ਮੈਂ ਪੇਟ ਭਰਨਾ। ਤੇ ਜਦੋਂ ਉਹਨਾਂ ਵੱਲ ਵੇਖਾਂਗੇ ਤੇ ਪਤਾ ਤੇ ਫੇਰ ਲੱਗੇਗਾ ਨਾ ਵੀ ਰੱਬਾ ਤੂੰ ਦਿੱਤਾ ਬਹੁਤ ਕੁਝ ਹੈ। ਇੱਕ ਉਹ ਹੈ ਜਿਹੜਾ ਤਰਸ ਰਿਹਾ ਕਿ ਮੇਰੇ ਸਿਰ ਤੇ ਛੱਤ ਹੋਵੇ ਤੇ ਮੈਂ ਮੀਂਹ ਕਣੀ ਸਰਦੀ ਸਿਆਲ ਤੋਂ ਬਚ ਸਕਾਂ, ਗਰਮੀ ਤੋਂ ਬਚ ਸਕਾਂ। ਤੇ ਰੱਬਾ ਤੂੰ ਮੈਨੂੰ ਇੰਨਾ ਕੁ ਦਿੱਤਾ ਵੀ ਮੈਂ ਮਹੀਨਾ 2 ਮਹੀਨੇ ਸਾਲ ਬਾਅਦ ਆਪਣਾ ਘਰ ਢਾਹ ਕੇ ਦੁਬਾਰਾ ਬਣਾਉਣ ਲੱਗ ਜਾਣਾ ਵੀ ਮੈਂ ਇਹਦੀ ਡੈਕੋਰੇਸ਼ਨ ਬਦਲਣੀ ਚਾਹੁੰਦਾ। ਬਣੇ ਹੋਏ ਨੂੰ ਢਾਹ ਕੇ ਬਣਾਉਂਦਾ ਫਿਰਦਾ। ਇੱਕ ਉਹ ਹੈ ਜਿਹੜਾ ਤਰਸ ਰਿਹਾ ਵੀ ਮੈਨੂੰ ਸਿਰ ਢੱਕਣ ਲਈ ਛੱਤ ਮਿਲ ਜਾਏ ਤੇ ਜੇ ਮੈਂ ਉਹਦੇ ਵੱਲ ਵੇਖਾਂਗਾ ਤੇ ਕਿਉਂ ਨਾ ਰੱਬ ਦਾ ਸ਼ੁਕਰ ਗੁਜ਼ਾਰਾਂਗਾ ਵੀ ਰੱਬਾ ਤੂੰ ਮੈਨੂੰ ਬਹੁਤ ਦਿੱਤਾ। ਇੱਕ ਉਹ ਇਨਸਾਨ ਹੈ ਜਿਹੜਾ ਇਨਸਾਨ ਆਪਣੇ ਤਨ ਦਾ ਨੰਗੇਜ ਢੱਕਣ ਦੇ ਲਈ ਲੋਕਾਂ ਦੇ ਘਰਾਂ ਚੋਂ ਜਾ ਕੇ ਮੰਗ ਰਿਹਾ ਉਹ ਕੋਈ ਵਸਤਰ ਦੇ ਦਿਓ, ਆਪਣਾ ਪਾਟਾ ਪੁਰਾਣਾ ਹੀ ਕਿ ਮੈਂ ਤਨ ਦਾ ਨੰਗੇਜ ਢੱਕ ਲਾਂ। ਤੇ ਉਹਦੇ ਵੱਲ ਵੇਖ ਕੇ ਜਦੋਂ ਆਪਣੇ ਘਰ ਆਪਣੇ ਵੱਲ ਝਾਤ ਮਾਰਾਂਗੇ ਫਿਰ ਪਤਾ ਲੱਗੇਗਾ ਵੀ ਮੈਂ ਤੇ ਭਾਵੇਂ ਲਗਾਤਾਰ ਮਹੀਨਾ ਇੱਕ ਰੋਜ਼ ਬਦਲ ਵਸਤਰ ਪਾਈ ਜਾਵਾਂ ਤੇ ਮੈਨੂੰ ਦੁਬਾਰਾ ਮਹੀਨੇ ਬਾਅਦ ਵੀ ਹੋ ਸਕਦਾ ਇੱਕ ਵਸਤਰ ਰਿਪੀਟ ਨਾ ਹੋਵੇ ਤੇ ਮੈਂ ਅਜੇ ਵੀ ਕਹੀ ਜੰਨਾ ਵੀ ਰੱਬਾ ਤੂੰ ਦਿੱਤਾ ਕੀ ਹੈ ਜਾਂ ਤੂੰ ਮੈਨੂੰ ਦਿੱਤਾ ਕੁਛ ਨਹੀਂ। ਸਤਿਗੁਰੂ ਕਹਿੰਦੇ ਇਸ ਲਈ ਭਾਈ ਹੇ ਸਖੀਏ ਉਹ ਰੱਬ ਅੱਗੇ ਝੁਕ ਕਿਉਂਕਿ ਸੇਬ ਹੀ ਟਹਿੰਦੇ ਡਿੱਠ ਮੈਂ ਉਹ ਵੀ ਟਹਿੰਦੇ ਵੇਖੇ ਨੇ। ਮੁੰਦ ਨਾ ਗਰਭ ਥਾਣੀ, ਇਸ ਲਈ ਆਪਣੇ ਗਰਭ ਵਿੱਚ ਜਵਾਨੀ ਦੇ ਨਸ਼ੇ ਵਿੱਚ ਤੂੰ ਮਸਤ ਨਾ ਹੋ, ਨਸ਼ੇ ਵਿੱਚ ਗ੍ਰਸੀ ਨਾ ਜਾ, ਇੰਨੀ ਅੰਨੀ ਨਾ ਹੋ ਨਸ਼ੇ ਵਿੱਚ ਗਰਭ ਦੇ ਹੰਕਾਰ ਦੇ, ਕਿਉਂਕਿ ਅਹੰਕਾਰ ਤੋੜਨ ਲੱਗਿਆ ਰੱਬ ਬਹੁਤਾ ਚਿਰ ਨਹੀਂ ਲਾਉਂਦਾ। ਤੇ ਇਹ ਨਾ ਹੋਵੇ ਕਿ ਜਿਸ ਦਿਨ ਅਹੰਕਾਰ ਰੱਬ ਤੋੜੇ ਉਸ ਦਿਨ ਤੈਨੂੰ ਪਛਤਾਵਾ ਹੋਵੇ, ਉਸ ਦਿਨ ਤੇਰੇ ਕੋਲ ਪਛਤਾਵੇ ਤੋਂ ਬਿਨਾ ਕੁਝ ਨਾ ਹੋਵੇ, ਕਿਤੇ ਇਸ ਤਰ੍ਹਾਂ ਦੇ ਹਾਲਾਤ ਨਾ ਬਣ ਜਾਣ। ਇਸ ਲਈ ਇਸੇ ਕ ਇੰਨੇ ਕੁ ਜਿੰਨਾ ਕੁ ਰੱਬ ਨੇ ਦਿੱਤਾ ਓਨੇ ਕੁ ਚ ਪ੍ਰਸੰਨ ਰਹਿੰਦਿਆਂ ਹੋਇਆਂ ਰੱਬ ਦਾ ਸ਼ੁਕਰ ਗੁਜ਼ਾਰਦੀ ਚੱਲ ਜੀਵ ਇਸਤਰੀਏ, ਤਾਂ ਜੋ ਸ਼ੁਕਰ ਗੁਜ਼ਾਰਦਿਆਂ ਹੋਇਆਂ ਤੇਰਾ ਮਨ ਕਦੇ ਗਰਭ ਵਿੱਚ ਆਵੇ ਨਾ, ਅਹੰਕਾਰ ਵਿੱਚ ਆਵੇ ਨਾ, ਅਹੰਕਾਰ ਤੋਂ ਤੂੰ ਬਚੀ ਰਵੇਂ ਤੇ ਉਸ ਰੱਬ ਦੀ ਰਹਿਮਤ ਦੀ ਸਦਾ ਪਾਤਰ ਬਣੀ ਰਹੇ, ਤੂੰ ਉਹਦੀ ਸਵੱਲੀ ਨਿਗਾਹ ਦੀ ਪਾਤਰ ਹਮੇਸ਼ਾ ਬਣੀ ਰਹੇ। ਗੁਣ ਮੁੰਦੇ ਹਰਨਾਕੀਏ ਗੂੜਾ ਵੈਣ ਅਪਾਰ, ਪਹਿਲਾ ਵਸਤ ਸਿஞਾਣ ਕੈ ਤਾਂ ਕੀਚੈ ਵਪਾਰ। ਫਿਰ ਆਖਿਆ ਸੁਣ ਮੁੰਦੇ ਹਰਨਾਖੀਏ, ਇਹ ਲਫ਼ਜ਼ ਬਣਿਆ ਹਰਨ ਆਖੀਏ, ਕਿਉਂਕਿ ਜਦੋਂ ਸੁੰਦਰਤਾ ਦੀ ਗੱਲ ਆਉਂਦੀ ਨਾ, ਅੱਖਾਂ ਦੀ ਸੁੰਦਰਤਾ ਦੀ ਗੱਲ ਆਉਂਦੀ ਤੇ ਉਹਦੀ ਤੁਲਨਾ ਹਿਰਨ ਦੀਆਂ ਅੱਖਾਂ ਨਾਲ ਕੀਤੀ ਜਾਂਦੀ ਵੀ ਇਹਦੀਆਂ ਅੱਖਾਂ ਬਹੁਤ ਸੋਹਣੀਆਂ ਨੇ, ਸੁੰਦਰ ਨੇ ਅੱਖਾਂ। ਹਿਰਨ ਦੀਆਂ ਅੱਖਾਂ ਬੜੀਆਂ ਸੋਹਣੀਆਂ ਮੰਨੀਆਂ ਜਾਂਦੀਆਂ।
ਕਹਿੰਦੇ ਸੁਣ ਮੁੰਡੇ ਹਰਨਾਖੀਏ, ਹੇ ਸੋਹਣੇ ਅੱਖਾਂ ਦੀ ਇਹ ਮਾਲਕਣ ਸੁਣ, ਗੂੜਾ ਵੈਣ ਅਪਾਰ। ਮੈਂ ਤੈਨੂੰ ਇਹ ਵੈਣ ਜਿਹੜਾ ਉਹ ਆਖਣ ਬਚਣ ਹੁਣ ਤੈਨੂੰ ਮੈਂ ਆਖਣ ਲੱਗੀ ਆ ਤੇ ਤੂੰ ਸੁਣ। ਇਹ ਤੇਰੇ ਕੰਮ ਦਾ, ਤੇਰੀ ਜ਼ਿੰਦਗੀ 'ਚ ਤੇਰੇ ਕੰਮ ਆਉਣ ਵਾਲਾ, ਤੇ ਤੈਨੂੰ ਅੱਜ ਜਿਹਨੂੰ ਆਪਾਂ ਇਉਂ ਕਹਿ ਸਕਦੇ ਆ ਵੀ ਇੱਕ ਗੁਣ ਦੱਸਣ ਲੱਗੀ ਆ ਤੇ ਇਸ ਗੁਣ ਨੂੰ ਪੱਲੇ ਨਾਲ ਬੰਨ੍ਹ। ਤੇ ਜਿਹੜਾ ਗੁਣ ਤੈਨੂੰ ਦੱਸਣ ਲੱਗੀ ਆ ਨਾ, ਇਹ ਗੁਣ ਸਾਰੀ ਜ਼ਿੰਦਗੀ ਤੇਰੇ ਕੰਮ ਆਏਗਾ। ਸਾਰੀ ਜ਼ਿੰਦਗੀ ਇਹਨੇ ਗੁਣ ਨੇ ਕੰਮ ਆਉਣਾ, ਚਾਹੇ ਤੂੰ ਛੋਟੀ ਹੈ, ਚਾਹੇ ਵੱਡੀ ਹੋ ਜਾ, ਤੇ ਭਾਵੇਂ ਬਜ਼ੁਰਗ ਵੀ ਹੋ ਜਾ। ਬਚਪਨ ਵਿੱਚ ਵੀ ਇਸ ਗੁਣ ਨੇ ਕੰਮ ਆਉਣਾ, ਜਵਾਨੀ ਵਿੱਚ ਵੀ ਕੰਮ ਆਉਣਾ, ਤੇ ਬਜ਼ੁਰਗੀ ਵਿੱਚ ਵੀ ਕੰਮ ਆਉਣਾ। ਪੁੱਛਿਆ ਗੁਣ ਕੀ ਹੈ, ਦੱਸੋ ਕੀ ਸਿੱਖਿਆ ਦੇ ਰਹੇ ਹੋ? ਤੇ ਆਖਿਆ ਪਹਿਲਾਂ ਵਸਤ ਸਿਆਣ ਕਹਿ ਤਾਂ ਕੀਚੈ ਵਪਾਰ। ਹੇ ਸੋਹਣੀਆਂ ਅੱਖਾਂ ਵਾਲੀਏ, ਪਹਿਲਾਂ ਵਸਤੂ ਦੀ ਪਛਾਣ ਕਰ, ਪਹਿਚਾਣ ਕਰਕੇ ਤਾਂ ਕੀਚੈ ਵਪਾਰ, ਫਿਰ ਵਪਾਰ ਕਰੀਦਾ। ਬਿਨਾਂ ਪਛਾਣਿਆ ਕਦੇ ਵਪਾਰ ਨਹੀਂ ਉਹ ਕਰੀਦਾ। ਹੁਣ ਭਾਵੇਂ ਬਚਪਨ ਹੋਵੇ, ਜਵਾਨੀ ਹੋਵੇ, ਤੇ ਭਾਵੇਂ ਬਜ਼ੁਰਗੀ ਹੋਵੇ, ਗੱਲ ਤੇ ਤਿੰਨਾਂ ਵੇਲੇ ਹੀ ਕੰਮ ਆਉਣੀ ਨਾ। ਬਚਪਨ ਵਿੱਚ ਵੀ ਕੰਮ ਆਉਣੀ, ਜਵਾਨੀ ਵਿੱਚ ਵੀ ਆਏਗੀ, ਤੇ ਬਜ਼ੁਰਗੀ ਵਿੱਚ ਵੀ ਆਏਗੀ। ਪਹਿਲਾਂ ਵਸਤੂ ਨੂੰ ਸਿਆਣਨਾ ਪਏਗਾ, ਪਹਿਚਾਨਣਾ ਪਏਗਾ। ਜਦੋਂ ਪਹਿਚਾਣ ਕੇ ਵਪਾਰ ਕਰਾਂਗੇ, ਫਿਰ ਹੀ ਵਪਾਰ ਕੀਤੇ ਦਾ ਲਾਭ ਹੈ। ਇਸੇ ਕਰਕੇ ਤੇ ਬਾਬਾ ਕਬੀਰ ਸਾਹਿਬ ਨੇ ਆਖਿਆ ਸੀ ਨਾ, ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਤੇ ਸਤਿਗੁਰੂ ਜੀ ਨਾ ਬੜਾ ਪਿਆਰਾ ਜ਼ਿਕਰ ਕਰਦੇ ਕਿ ਵਿਣ ਗਾਹਕ ਗੁਣ ਵੇਚੀ ਹੈ ਤੋ ਗੁਣ ਸਹਿਗੋ ਜਾਏ। ਜੇ ਬਿਨਾ ਗਾਹਕ ਤੋਂ ਗੁਣ ਵੇਚਦੇ ਆ ਤੇ ਗੁਣ ਸਹਿਗੋ ਸਸਤਾ ਹੀ ਚਲਾ ਜਾਂਦਾ ਹੈ। ਤੇ ਜੇ ਕਿਤੇ ਗੁਣਾਂ ਦਾ ਵਪਾਰੀ ਮਿਲ ਜਾਏ, ਗੁਣਾਂ ਦੀ ਪਹਿਚਾਣ ਕਰਨ ਵਾਲਾ ਮਿਲ ਜਾਏ, ਮਤਲਬ ਵਸਤੂ ਨੂੰ ਪਹਿਚਾਨਣ ਵਾਲਾ ਮਿਲ ਜਾਏ, ਫਿਰ ਤੋ ਗੁਣ ਲੱਖ ਵਕਾਏ। ਫਿਰ ਉਹੀ ਗੁਣ ਹੈ ਜਿਹੜਾ ਤੇਰਾ ਸਸਤਾ ਜਿਹਾ ਜਾ ਰਿਹਾ ਸੀ, ਹੁਣ ਲੱਖਾਂ 'ਚ ਵੇਚ ਰਿਹਾ। ਗੱਲ ਤੇ ਪਹਿਚਾਣ ਦੀ ਹੈ। ਪਹਿਲਾਂ ਵਸਤ ਸਿਆਣਕ ਹੈ ਤਾਂ ਕੀਚੈ ਵਪਾਰ। ਗੁਰੂ ਸਾਹਿਬ ਕਹਿੰਦੇ, ਜੀ ਵਿਸਤਰੀਏ ਸੋਹਣੀਆਂ ਅੱਖਾਂ ਵਾਲੀਏ, ਤੂੰ ਪਹਿਲਾਂ ਆਪਣੀ ਜ਼ਿੰਦਗੀ ਦੇ ਅੰਦਰ ਜਦੋਂ ਵਪਾਰ ਕਰਨਾ ਤੇ ਵਪਾਰ ਕਰਨ ਲੱਗਿਆ ਪਹਿਲਾਂ ਵਸਤੂ ਦੀ ਪਹਿਚਾਣ ਕਰ ਕਿ ਜਿਸ ਵਸਤੂ ਦਾ ਵਪਾਰ ਕਰਨ ਲੱਗੀ ਹੈ ਕਿ ਉਹ ਵਸਤੂ ਤੇਰੇ ਕਾਰਜ ਵਾਸਤੇ ਹੈ ਕਿ ਨਹੀਂ। ਤੇ ਜਿਸ ਵਸਤੂ ਨੂੰ ਤੂੰ ਖਰੀਦਣ ਲੱਗੀ ਹੈ ਜਾਂ ਜਿਹਦਾ ਵਪਾਰ ਕਰਨ ਲੱਗੀ ਹੈ, ਇਹ ਵਸਤੂ ਦਾ ਜਿੰਨਾ ਮੁੱਲ ਤੂੰ ਦੇਣ ਲੱਗੀ ਹੈ ਕਿ ਸੱਚਮੁੱਚ ਇਤਨੇ ਮੁੱਲ ਦੀ ਹੈ ਜਾਂ ਇਹਦੇ ਤੋਂ ਵੱਧ ਕੇ ਹੈ, ਜਾਂ ਜਿੰਨਾ ਮੁੱਲ ਤੂੰ ਦੇਣ ਲੱਗੀ ਹੈ ਤੋਂ ਘੱਟ ਹੋਵੇ। ਗੱਲ ਤੇ ਮੁੱਲ ਤਾਂ ਹੀ ਲਾਵਾਂਗੇ ਨਾ ਜੇ ਵਸਤੂ ਦੀ ਪਹਿਚਾਣ ਹੋਏਗੀ। ਜੇ ਵਸਤੂ ਦੀ ਪਹਿਚਾਣ ਨਹੀਂ ਹੈ, ਲੋਕ ਤੇ ਫਿਰ ਹੀਰਿਆਂ ਦੇ ਟੁਕੜੇ ਨੂੰ ਵੀ ਕੱਚ ਦਾ ਟੁਕੜਾ ਮੰਨ ਕੇ ਤੇ ਰੁਪਈਆ ਮੁੱਲ ਲਾਉਂਦੇ ਫਿਰਦੇ। ਹੀਰੇ ਦਾ ਮੁੱਲ ਰੁਪਈਆ ਲੱਗੇਗਾ ਤੇ ਆਖਣਾ ਹੀ ਪਏਗਾ ਨਾ ਵੀ ਇਹਨਾਂ ਨੂੰ ਪਰਖ ਨਹੀਂ। ਤੇ ਜਿਹਨੂੰ ਪਰਖ ਹੋਵੇ ਉਹ ਫਿਰ ਮੁੱਲ ਲਾਉਣ ਲੱਗਿਆ ਕਦੇ ਗੁਰੇਜ਼ ਨਹੀਂ ਕਰਦਾ, ਉਹ ਖੁਦ ਲਾਉਂਦਾ। ਬਾਬੇ ਨਾਨਕ ਦੇ ਵੇਲੇ ਆਪਾਂ ਘਟਨਾ ਅਕਸਰ ਵਿਚਾਰਦੇ ਹਾਂ। ਭਾਈ ਮਰਦਾਨਾ ਜੀ ਨੂੰ ਦੇ ਕੇ ਇੱਕ ਟੁਕੜਾ ਹੀਰੇ ਦਾ ਤੋਰਿਆ ਵੀ ਜਾ ਮੁੱਲ ਪਵਾ ਕੇ ਲਿਆ। ਕਦੇ ਕਿਸੇ ਦੁਕਾਨ ਤੇ ਕਦੇ ਕਿਸੇ ਦੁਕਾਨ ਤੇ, ਕੋਈ ਕੁਛ ਮੁੱਲ ਲਾਉਂਦਾ, ਕੋਈ ਕੁਛ ਲਾਉਂਦਾ। ਕਦੇ ਹੁਣ ਪਹਿਲੋਂ ਸਬਜ਼ੀ ਵਾਲੇ ਕੋਲ, ਫਿਰ ਕਿਸੇ ਕੋਲ, ਉਹਨਾਂ ਨੇ ਆਪਣੇ ਆਪਣੇ ਮੁਤਾਬਕ ਮੁੱਲ ਲਾਤਾ। ਜਦੋਂ ਜੌਹਰੀ ਕੋਲ ਗਏ, ਉਹ ਆਪਣੇ ਗੱਲੇ ਚੋਂ 100 ਰੁਪਈਆ ਕੱਢ ਕੇ ਦਿੰਦਾ, ਉਹਦੀ ਤਲੀ ਤੇ, ਭਾਈ ਮਰਦਾਨਾ ਜੀ ਦੀ ਤਲੀ ਤੇ ਰੱਖ ਦਿੰਦਾ ਵੀ ਲੈ ਸੱਜਣਾ ਆ ਲੈ ਜਾ। ਉਹ 100 ਰੁਪਇਆ ਵੇਖ ਕੇ ਭਾਈ ਮਰਦਾਨਾ ਜੀ ਪ੍ਰਸੰਨ ਹੋਏ। ਉਹਨੇ ਜੌਹਰੀ ਨੇ 100 ਵੀ ਦਿੱਤਾ, ਨਾਲ ਹੀਰਾ ਵੀ ਮੋੜਤਾ ਵੀ ਲੈ ਵੀ ਲੈ ਜਾ। ਉਹ ਕਹਿੰਦੇ ਮੈਂ ਤੇ ਮੁੱਲ ਪਵਾਇਆ, ਮੈਂ ਤੇ ਇਹਦਾ। ਉਹ ਕਹਿੰਦੇ ਮੈਂ ਮੁੱਲ ਪਾ ਨਹੀਂ ਸਕਦਾ, ਮੈਂ ਤੈਨੂੰ ਦਰਸ਼ਨੀ ਭੇਟਾ ਦੇ ਰਿਹਾ ਵੀ ਮੈਂ ਮੁੱਲ ਨਹੀਂ ਪਾ ਸਕਦਾ। ਮੈਂ ਤੈਨੂੰ ਸਿਰਫ ਦੇਖਣ ਦਾ ਮੁੱਲ ਦੇਣ ਲੱਗਾ ਵੀ ਐਡਾ ਕੀਮਤੀ ਹੀਰਾ, ਇਹਨੂੰ ਵੇਖਣ ਦਾ ਮੁੱਲ 100 ਰੁਪਏ ਹੈ। ਤੇ ਜੇ ਹੁਣ ਕੀਮਤ ਵਸਤੂ ਦੀ ਪਹਿਚਾਣ ਨਾ ਹੋਵੇ ਤੇ ਫਿਰ ਅਗਲੇ ਨੇ ਤੇ ਕਹਿਣਾ ਨਾ ਵੀ ਮੈਂ ਤੈਨੂੰ ਇਹ ਕੱਚ ਦੇ ਟੁਕੜੇ ਬਦਲੇ ਕੀ ਦੇਵਾਂ, ਮੈਂ ਤੈਨੂੰ ਕੀ ਦੇਵਾਂ।
ਹੁਣ ਉਹ ਜ਼ੋਹਰ ਹੀ ਹੈ ਸਾਲਸਰਾਏ ਜਿਹੜਾ ਪਹਿਚਾਨ ਕਰਕੇ ਤੇ ਆਖ ਦਿੰਦਾ ਵੀ ਲੈ ਸੱਜਣਾ ਲੈ ਜਾ, ਮੈਂ ਨਹੀਂ ਮੁੱਲ ਪਾ ਸਕਦਾ ਇਹਦਾ, ਕਿਉਂਕਿ ਮੇਰੀ ਪਹੁੰਚ ਤੋਂ ਬਾਹਰ ਹੈ। ਪਛਾਣ ਮੈਂ ਲਿਆ ਪਰ ਮੁੱਲ ਪਾਉਣ ਜੋਗਾ ਬਲ ਨਹੀਂ। ਪਹਿਲਾਂ ਵਸਤ ਸਿਆਣਕ ਹੈ ਤਾਂ ਕੀਚੈ ਵਪਾਰ, ਫਿਰ ਵਪਾਰ ਕਰਦੇ ਆ ਚੰਗਾ ਲੱਗੀਦਾ। ਪਹਿਲੋਂ ਵਸਤੂ ਦੀ ਜੇ ਪਹਿਚਾਣ ਹੋਵੇ, ਉਹਦੀ ਪਰਖ ਹੋਵੇ ਨਾ, ਫਿਰ ਹੀ ਕਿਤੇ ਜਾ ਕੇ ਜੀਵ ਜਿਹੜਾ ਉਹ ਵਪਾਰ ਕਰਦਾ ਪਾਉਂਦਾ ਹੈ। ਦੋਹੀ ਦਿਚੈ ਦੁਰਜਨਾ ਮਿੱਤਰਾਂ ਕੂ ਜੈਕਾਰ, ਜਿਤ ਦੋਹੀ ਸੱਜਣ ਮਿਲਨ ਲਹੁ ਮੁੰਦੇ ਵਿਚਾਰ। ਫਿਰ ਕਹਿੰਦੇ ਦੋਹੀ ਦਚੈ, ਦੁਹਾਈ ਦੇ ਉੱਚੀ ਉੱਚੀ ਸ਼ੋਰ ਮਚਾ ਕੇ। ਕਾਦੀ ਦੁਹਾਈ ਦੇਣੀ? ਦੁਰਜਣਾ ਭੈੜੇ ਜਨਾਂ ਤੋਂ ਪਾਸੇ ਰਹਿਣ ਦੀ। ਮਿੱਤਰਾਂ ਕੂ ਜੈਕਾਰ, ਤੇ ਨਾਲ ਇਹ ਵੀ ਦੋਹੀ ਦੇਣੀ ਵੀ ਜੇ ਸੰਬੰਧ ਜੋੜਨਾ ਤੇ ਚੰਗਿਆਂ ਨਾਲ ਜੋੜਨਾ, ਤੇ ਨਾਲ ਇਹ ਵੀ ਢੰਡੋਰਾ ਪਿੱਟਣਾ, ਨਾਲ ਇਹ ਵੀ ਦੋਹੀ ਦੇਣੀ ਹੈ ਕਿ ਦੁਰਜਣਾ ਤੋਂ ਪਾਸੇ ਵੀ ਰਹਿਣਾ, ਦੁਰਜਣਾ ਦਾ ਸੰਗ ਵੀ ਨਹੀਂ ਕਰਨਾ। ਹੇ ਜੀਵ ਇਸਤਰੀਏ, ਇਹ ਦੋਹੀ ਦੇ ਕਿ ਦੁਰਜਣਾ ਤੋਂ ਪਾਸੇ ਰਹੋ, ਤੇ ਇਸ ਦੋਹੀ ਨੂੰ ਵੀ ਦਿਓ ਨਾਲ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਈ, ਨਾਲ ਇਹ ਵੀ ਦੋਹੀ ਦੇਣੀ ਹੈ। ਤੇ ਨਾਲ ਦੋਹੀ ਇਹ ਵੀ ਦੇਣੀ ਹੈ ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛੂ ਨਾ ਹੋਵਈ ਤਿਤ ਦਿਨ ਬੋਲਣ ਗੰਧ। ਦੋਹੀ ਇਹ ਵੀ ਦੇਣੀ ਹੈ। ਨਾਲ ਦੋਹੀ ਇਹ ਦੇਣੀ ਹੈ ਮਨਮੁਖ ਸਿਉ ਕਰ ਦੋਸਤੀ ਸੁਖ ਕੇ ਪੁੱਛੇ ਮਿੱਤ, ਨਾਲ ਦੋਹੀ ਆ ਵੀ ਦੇਣੀ ਗੁਰਮੁਖ ਸਿਉ ਕਰ ਦੋਸਤੀ ਸਤਿਗੁਰ ਸਿਉ ਲਾਏ ਚਿੱਤ। ਦੋਹੀ ਆ ਵੀ ਨਾਲ ਲੈ ਕੇ ਚੱਲਣੀ ਹੈ। ਦੋਹੀ ਦਿਚੈ ਦੁਰਜਣਾ ਮਿੱਤਰਾਂ ਕੂ ਜੈਕਾਰ, ਦੋਹੀ ਦੇਣੀ ਹੈ ਬਾਂਸ ਵਡਾਈ ਬੂਢਿਆ ਇਉ ਮਤ ਡੂਬੋ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਕਬੀਰ ਸਾਕਤਕਾਰੀ ਕੰਬਰੀ ਧੋਏ ਹੋਏ ਨਾ ਸੇਤ, ਆ ਦੋਹੀ ਦੇਣੀ ਹੈ। ਇਸ ਦੋਹੀ ਤੋਂ ਪਾਸੇ ਨਹੀਂ ਹੋਣਾ, ਇਹ ਦੋਹੀ ਤੇ ਸਗੋਂ ਆਪ ਸ਼ੋਰ ਮਚਾ ਮਚਾ ਕੇ ਆਖਣਾ ਕਿ ਜਿੰਨਾ ਹੋ ਸਕੇ ਭੈੜੀ ਸੰਗਤ ਤੋਂ ਆਪਣੇ ਆਪ ਨੂੰ ਵਰਜ ਕੇ ਰੱਖਿਆ ਜਾਏ। ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਨਾ ਵੀ ਸਾਕਤ ਸੰਗ ਨਾ ਕਰ, ਉਹ ਏਦਾਂ ਦੀ ਹਾਲਤ ਹੈ ਕੇਲੇ ਨਿਕਟ ਜਿਉਂ ਬੇਰ, ਉਹ ਝੂਲੇ ਉਹ ਚੀਰੀ ਹੈ। ਉਹ ਤੇ ਆਪਣੀ ਕੋਮਲਤਾਈ ਦਾ ਪ੍ਰਤੀਕ ਸੀ ਨਾ। ਕੇਲਿਆਂ ਦਾ ਰੁੱਖ ਜਿਹੜੇ ਸੀ ਉਹ ਆਪਣੀ ਕੋਮਲਤਾਈ ਦੇ ਪ੍ਰਤੀਕ ਸੀ, ਪਰ ਬਦਕਿਸਮਤੀ ਨੂੰ ਉਹ ਬੇਰੀ ਦੇ ਨੇੜੇ ਉੱਗ ਪਿਆ। ਬਦਕਿਸਮਤੀ ਆਖਾਂਗੇ ਤੇ ਬੇਰੀ ਹੁਣ ਆਪਣੀਆਂ ਜਿਹੜੀ ਉਹਦਾ ਸੁਭਾਅ ਹੈ ਉਹ ਉਸ ਸੁਭਾਅ ਵਿੱਚ ਪ੍ਰਸਿੱਧ ਹੈ, ਮਸ਼ਹੂਰ ਹੈ ਵੀ ਹੁਣ ਤੇ ਕੰਡੇ ਹੀ ਬੜੇ ਲੱਗੇ। ਹੁਣ ਉਧਰੋਂ ਚੱਲਣੀ ਹੈ ਹਵਾ, ਤੇ ਜਦੋਂ ਹਵਾ ਚੱਲਣੀ ਬੇਰੀ ਨੇ ਵੀ ਝੂਲਣਾ, ਤੇ ਝੂਲਣਾ ਕੇਲੇ ਦੇ ਰੁੱਖ ਨੇ ਵੀ ਹੈ। ਬੇਰੀ ਦੇ ਕੰਡੇ ਵੀ ਝੂਲਣਗੇ, ਬੇਰੀ ਦੇ ਪੱਤੇ ਵੀ ਝੂਲਣਗੇ, ਉਧਰੋਂ ਕੇਲਿਆਂ ਦੇ ਪੱਤੇ ਵੀ ਝੂਲਣਗੇ, ਪਰ ਬੇਰੀ ਦਾ ਕੁਛ ਨਹੀਂ ਵਿਗੜਨਾ, ਕੇਲਿਆਂ ਦੇ ਪੱਤਿਆਂ ਨੇ ਤਾਰ ਤਾਰ ਹੋ ਜਾਣਾ। ਦੋਹੀ ਦਿਚੈ ਦੁਰਜਣਾ, ਆ ਦੋਹੀ ਦੇਣੀ ਹੈ ਕਿ ਜਿੰਨਾ ਭੈੜੀ ਸੰਗਤ ਤੋਂ ਆਪਣੇ ਆਪ ਨੂੰ ਬਚਾ ਕੇ ਰੱਖ ਲਿਆ ਜਾਏ ਓਨਾ ਹੀ ਭਲਾ। ਮਿੱਤਰਾਂ ਕੂ ਜੈਕਾਰ, ਤੇ ਚੰਗਿਆਂ ਨਾਲ ਸੰਬੰਧ ਕਿਤੇ ਬਣ ਜਾਵੇ। ਫਿਰ ਸਤਿਗੁਰੂ ਕਹਿੰਦੇ ਜਿਤ ਦੋਹੀ ਸੱਜਣ ਮਿਲੇ,
ਜਿਸ ਦੋਹੀ ਨਾਲ ਸੱਜਣਾ ਦਾ ਮਿਲਾਪ ਹੋਵੇ, ਮਿੱਤਰਾਂ ਦਾ ਮਿਲਾਪ ਹੋਵੇ, ਲੋਹ ਮੁੰਦੇ ਵਿਚਾਰ, ਹੇ ਜੀਵ ਇਸਤਰੀਏ ਉਹ ਵਿਚਾਰ ਲੈ, ਉਸ ਦੋਹੀ ਨੂੰ ਦੇ ਜਿਸ ਦੋਹੀ ਦੇ ਨਾਲ ਵਿਕਾਰਾਂ ਦਾ ਸੰਗ ਛੁੱਟ ਜਾਏ ਤੇ ਭਲੇ ਮਿੱਤਰਾਂ ਦਾ ਸੰਗ ਬਣ ਜਾਏ। ਜਿਸ ਦੋਹੀ ਦੇ ਨਾਲ ਵਿਕਾਰੀਆਂ ਤੋਂ ਖਹਿੜਾ ਛੁੱਟ ਜਾਏ ਤੇ ਸੰਸਾਰੀਆਂ ਤੋਂ ਖਹਿੜਾ ਛੁੱਟ ਜਾਏ, ਨਿਰੰਕਾਰੀਆਂ ਨਾਲ ਤੇਰੀ ਬਣ ਆਵੇ। ਜਿਨ੍ਹਾਂ ਨਾਲ, ਜਿਸ ਬਚਨਾਂ ਦੇ ਨਾਲ ਆ ਸੰਸਾਰਕ ਮਾਇਕ ਪਦਾਰਥਾਂ 'ਚ ਗਰਸਿਆਂ ਹੋਇਆਂ ਤੋਂ ਤੇਰਾ ਬਚਾਅ ਹੋ ਜਾਏ, ਤੇ ਜਿਹੜੇ ਉਪਰਾਮਤਾ ਵਾਲੇ ਉਹਨਾਂ ਨਾਲ ਤੇਰੀ ਬਣ ਆਵੇ। ਲੋਹ ਮੁੰਦੇ ਵਿਚਾਰ, ਹੇ ਜੀਵ ਇਸਤਰੀਏ ਐਸੀ ਵਿਚਾਰ ਜਿਹੜੀ ਉਹਨੂੰ ਗ੍ਰਹਿਣ ਕਰੋ। ਤਨ ਮਨ ਦੀਜੈ ਸਜਣਾ, ਐਸਾ ਹਸਣ ਸਾਰ, ਤਿਸ ਸੋ ਨੇਹ ਨਾ ਕੀਚਈ, ਜੇ ਦਿਸ ਚੱਲਣ ਹਾਰ। ਤੇ ਜਦੋਂ ਐਸਾ ਮਿੱਤਰ ਮਿਲੇ ਨਾ, ਸੱਜਣ ਮਿਲੇ, ਕੋਈ ਚੰਗਾ ਸੱਜਣ ਮਿਲੇ, ਤੇ ਕਹਿੰਦੇ ਤਨ ਮਨ ਦੀਜੈ ਸੱਜਣਾ, ਐਸੇ ਸੱਜਣਾ ਨੂੰ ਆਪਣਾ ਤਨ ਮਨ ਅਰਪਣ ਕਰ ਦੇ। ਕਿਉਂਕਿ ਜਦੋਂ ਤਨ ਮਨ ਅਰਪਣ ਕਰਕੇ ਸੱਜਣ ਦਾ ਮੇਲ ਹੋਏਗਾ ਨਾ, ਐਸਾ ਹੱਸਣ ਸਾਰ, ਇਹ ਹੈ ਅਸਲ ਦੇ ਅੰਦਰ ਸ੍ਰੇਸ਼ਟ ਹੱਸਣ, ਸ੍ਰੇਸ਼ਟ ਪ੍ਰਸੰਨਤਾ। ਸਾਡਾ ਹੱਸਣਾ ਵਿਕਾਰੀ ਹੈ, ਪਰ ਇੱਥੇ ਗੁਰੂ ਨਾਨਕ ਸਾਹਿਬ ਸ੍ਰੇਸ਼ਟ ਹੱਸਣ ਦੀ ਗੱਲ ਕਰ ਰਹੇ। ਇਹ ਹੱਸਣਾ ਵਿਕਾਰੀ ਨਹੀਂ ਹੈ, ਕਿਉਂਕਿ ਅਸੀਂ ਹੱਸਦੇ ਹਾਂ ਕਿਸੇ ਨੂੰ ਰੋਂਦਿਆਂ ਵੇਖ ਕੇ। ਤੇ ਗੁਰੂ ਨਾਨਕ ਨੇ ਇਹ ਨਹੀਂ ਸਿਖਾਇਆ। ਸਤਿਗੁਰੂ ਸ੍ਰੇਸ਼ਟ ਹੱਸਣ ਦੀ ਬਾਤ ਕਰ ਰਹੇ, ਕਿਉਂਕਿ ਹੱਸਣਾ ਵੀ ਉਹ ਪਰਵਾਨਿਆ ਜਾਏਗਾ ਜਿਹੜਾ ਦੂਜੇ ਦੀ ਖੁਸ਼ੀ ਵਿੱਚ ਅਸੀਂ ਪ੍ਰਸੰਨ ਹੋ ਕੇ ਹੱਸੀਏ। ਇਹ ਨਹੀਂ ਵੀ ਦੂਜਾ ਪ੍ਰਸੰਨ ਹੋਵੇ ਤੇ ਮੈਂ ਬੈਠਾ ਕੁਰਲਾਵਾਂ, ਤੇ ਦੂਜਾ ਕੁਰਲਾਉਂਦਾ ਹੋਵੇ ਤੇ ਮੈਂ ਬੈਠਾ ਹੱਸਦਾ ਰਵਾਂ। ਕਿਸੇ ਨੂੰ ਉੱਚਿਆਂ ਜਾਂਦਿਆਂ ਵੇਖ ਕੇ ਹੱਸਾਂਗੇ ਤੇ ਸਾਡਾ ਹੋ ਸਕਦਾ ਹੱਸਣਾ ਪਰਵਾਨਿਆ ਜਾਏ, ਕਿਸੇ ਨੂੰ ਡਿੱਗਦਿਆਂ ਵੇਖ ਕੇ ਉਹਦੇ ਹੱਸਣਾ ਪ੍ਰਵਾਨ ਨਹੀਂ। ਤੇ ਅਕਸਰ ਅਸੀਂ ਉਦੋਂ ਹੀ ਹੱਸਦੇ ਹਾਂ ਜਦੋਂ ਕੋਈ ਡਿੱਗਦਾ। ਸਾਡਾ ਹੱਸਣਾ ਵੀ ਵਿਕਾਰੀ ਹੈ। ਕਿੱਥੋਂ ਕੁ ਤੱਕ ਜੇ ਅਸੀਂ ਆਪਣੇ ਜੀਵਨ ਦੀ ਗੱਲ ਕਰਾਂਗੇ ਨਾ, ਸਾਡੀ ਜ਼ਿੰਦਗੀ ਦਾ ਇੱਕ ਇੱਕ ਕਰਮ ਵਿਕਾਰਾਂ ਨਾਲ ਭਰਿਆ ਹੋਇਆ। ਸਾਡਾ ਹੱਸਣਾ ਵੀ ਵਿਕਾਰੀ, ਸਾਡਾ ਰੋਣਾ ਵੀ ਵਿਕਾਰੀ, ਸਾਡਾ ਬੋਲਣਾ ਵੀ ਵਿਕਾਰੀ, ਸਾਡਾ ਸੁਣਨਾ ਵੀ ਵਿਕਾਰੀ, ਤੇ ਸਾਡਾ ਵੇਖਣਾ ਵੀ ਵਿਕਾਰੀ ਹੈ। ਹਰ ਚੀਜ਼ 'ਚੋਂ ਅਸੀਂ ਵਿਕਾਰ ਲੱਭੇ। ਬੋਲਿਆ ਕੀ? ਵਿਕਾਰ। ਸੁਣਿਆ ਕੀ? ਵਿਕਾਰ। ਵੇਖਿਆ ਕੀ? ਵਿਕਾਰ। ਚੱਖਿਆ ਕੀ? ਉਹ ਵੀ ਵਿਕਾਰ ਹੀ ਚੱਖੇ। ਤੇ ਆਪਣੇ ਆਪ ਨੂੰ ਅਸੀਂ ਰੱਬ ਦੇ ਪਿਆਰੇ ਦੱਸੀ ਜਾਂਦੇ ਆ। ਜ਼ਿੰਦਗੀ ਵਿਕਾਰਾਂ ਭਰੀ ਗੁਜ਼ਾਰ ਰਹੇ ਆ, 10 ਰੱਬ ਦੇ ਪਿਆਰੇ ਰਹੇ ਆ। ਤੇ ਮਾਲਕ ਕਹਿੰਦੇ ਏਦਾਂ ਨਹੀਂ ਭਾਈ, ਜੇ ਤੈਨੂੰ ਸੱਜਣ ਮਿਲਣ ਰੱਬ ਦੇ ਪਿਆਰੇ ਤੇ ਉਹ ਤਨ ਮਨ ਅਰਪਣ ਕਰ ਦੇ। ਜਦੋਂ ਆਪਣਾ ਤਨ ਮਨ ਅਰਪਣ ਕਰ ਦੇਂਗਾ ਰੱਬ ਦੇ ਪਿਆਰਿਆਂ ਨੂੰ, ਸੱਜਣਾ ਨੂੰ, ਐਸਾ ਹੱਸਣ ਸਾਰ। ਆਹੀ ਹੈ ਅਸਲ ਦੇ ਅੰਦਰ ਸ੍ਰੇਸ਼ਟ ਹਾਸਾ, ਸ੍ਰੇਸ਼ਟ ਪ੍ਰਸੰਨਤਾ ਜੋ ਜੀਵਨ ਦੇ ਅੰਦਰ ਲੋੜੀਦੀ ਹੈ, ਜੋ ਜੀਵਨ ਦੇ ਅੰਦਰ ਸਾਨੂੰ ਚਾਹੀਦੀ ਹੈ। ਤੇ ਤਿਸ ਸਿਉ ਨੇਹ ਨਾ ਕੀਚਈ, ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਉਹਦੇ ਨਾਲ ਨੇਹ ਨਾ ਕਰ ਜੇ ਦਿਸੈ ਚੱਲਣਹਾਰ। ਜਿਹੜਾ ਨਾਸ਼ਵਾਨ ਨਜ਼ਰ ਆਵੇ, ਚੱਲਣਹਾਰ ਨਜ਼ਰ ਆਵੇ, ਉਹਦੇ ਨਾਲ ਆਪਣਾ ਨੇਹ ਜਿਹੜਾ ਉਹਨੂੰ ਨਾ ਬਣਾ। ਨਾਨਕ ਜਿਨਹੀ ਏਵ ਕਰ ਬੁਝਿਆ, ਤਿਨਹਾ ਵਿਟਹੁ ਕੁਰਬਾਨ। ਫਿਰ ਕਹਿੰਦੇ ਹੇ ਨਾਨਕ, ਜਿਨੀ ਏਵ ਕਰ ਬੁਝਿਆ, ਜਿਨ੍ਹਾਂ ਨੇ ਇਸ ਤਰ੍ਹਾਂ ਕਰਕੇ ਬੁੱਝ ਲਿਆ, ਜਾਣ ਲਿਆ, ਤਿੰਨਾਂ ਵਿਟੋਂ ਕੁਰਬਾਨ। ਮੈਂ ਕਹਿੰਦੇ ਉਹਨਾਂ ਤੋਂ ਕੁਰਬਾਨ ਜਾਣਾ। ਮਤਲਬ ਗਰਬ ਛੱਡ ਕੇ, ਅਹੰਕਾਰ ਛੱਡ ਕੇ, ਜਿਨ੍ਹਾਂ ਨਿਰੰਕਾਰ ਬੁੱਝ ਲਿਆ, ਤਿੰਨਾਂ ਵਿਟੋਂ ਕੁਰਬਾਨ। ਤੇ ਅੱਜ ਪਤੇ ਦੀ ਗੱਲ ਜਿਹੜੀ ਦੱਸ ਰਹੇ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਸੀ ਵੀ ਮੈਂ ਤੈਨੂੰ ਬਚਨ ਦੱਸ ਰਿਹਾ, ਤੇ ਉਹ ਬਚਨ ਦੱਸ ਰਿਹਾ ਜਿਹੜਾ ਤੇਰੇ ਕੰਮ ਆਉਣ ਵਾਲਾ, ਕਾਰਜ ਆਉਣ ਵਾਲਾ। ਆ ਸਾਰਾ ਸ਼ਲੋਕ ਉਹਦੇ ਵਿੱਚ ਸਿੱਖਿਆਵਾਂ ਹੀ ਹੈ। ਪਹਿਲਾਂ ਵਸਤੂ ਨੂੰ ਪਛਾਣ, ਫਿਰ ਵਪਾਰ ਕਰ। ਭੈੜਿਆਂ ਦਾ ਸੰਗ ਛੱਡ ਦੇ,
ਚੰਗਿਆਂ ਦੀ ਮਿੱਤਰਤਾ ਕਰ, ਸਦਾ ਤੇਰੇ ਕੰਮ ਆਏਗਾ। ਫਿਰ ਆਖਦੇ ਜਦੋਂ ਕਿਤੇ ਚੰਗਾ ਸੱਜਣ ਮਿਲ ਜਾਏ ਫਿਰ ਉਹਦੇ ਨਾਲ ਮਤਲਬ ਪ੍ਰਸਤ ਹੋ ਕੇ ਨਾ ਚੱਲੀ, ਆਪਣਾ ਸਭ ਕੁਝ ਹੀ ਅਰਪਣ ਕਰ ਦੇ। ਜਦੋਂ ਚੰਗਾ ਸੱਜਣ ਰੱਬੀ ਪਿਆਰਾ ਮਿਲ ਜਾਏ ਫਿਰ ਆਖਦੇ ਤੈਨੂੰ ਇੱਕ ਪਤੇ ਦੀ ਗੱਲ ਹੋਰ ਦੱਸ ਰਿਆਂ, ਉਹਦੇ ਨਾਲ ਕਦੇ ਮਿੱਤਰਤਾ ਨਾ ਪਾਈ ਜਿਹੜਾ ਨਾਸ਼ਵਾਨ ਹੈ। ਹੁਣ ਜੇ ਤੇ ਸੰਸਾਰਕ ਬੰਦਿਆਂ ਦੀ ਗੱਲ ਕਰਾਂਗੇ, ਚੀਜ਼ਾਂ ਦੀ ਗੱਲ ਕਰਾਂਗੇ, ਸਾਰੀਆਂ ਹੀ ਨਾਸ਼ਵਾਨ ਹੈ। ਇੱਕੋ ਹੀ ਹੈ ਜਿਹੜਾ ਨਾਸ਼ ਤੋਂ ਰਹਿਤ ਹੈ ਤੇ ਅਕਾਲ ਪੁਰਖ ਪਰਮੇਸ਼ਵਰ। ਤੇ ਮਿੱਤਰਤਾ ਕਿਹਦੇ ਨਾਲ ਪਾਉਣੀ? ਅਕਾਲ ਪੁਰਖ ਪਰਮੇਸ਼ਵਰ ਨਾਲ। ਆਪਣਾ ਤਨ ਮਨ ਕਿਹਨੂੰ ਅਰਪਣ ਕਰਨਾ? ਪਰਮੇਸ਼ਵਰ ਦੇ ਨਾਲ। ਤੇ ਵਸਤੂ ਪਹਿਚਾਨਣਾ ਕਿ ਵਸਤੂ ਦੀ ਪਹਿਚਾਨ ਕੀ ਕਰਨੀ? ਰੱਬੀ ਨਾਮ ਦੀ, ਰੱਬੀ ਯਾਦ, ਰੱਬੀ ਚਿੰਤਨ ਦੀ ਪਹਿਚਾਨ ਵੀ ਉਸੇ ਦੀ ਕਰਨੀ ਹੈ। ਕਿਤੇ ਮੈਨੂੰ ਕੋਈ ਭਰਮ ਜਾਂ ਭੁਲੇਖੇ ਵਿੱਚ ਪਾ ਕੇ ਉਲਝਾਉਣ ਤੇ ਨਹੀਂ ਲੱਗਾ। ਪਛਾਨਣਾ ਵੀ ਤੇ ਇਸੇ ਨੂੰ ਹੀ ਹੈ। ਨਾਨਕ ਜਿੰਨੀ ਏਵ ਕਰ ਬੁੱਝਿਆ, ਹੇ ਨਾਨਕ ਜਿਨ੍ਹਾਂ ਨੇ ਇਸ ਤਰ੍ਹਾਂ ਕਰਕੇ ਬੁੱਝ ਲਿਆ, ਜਾਣ ਲਿਆ, ਤਿੰਨਾਂ ਵਿਟੋਂ ਕੁਰਬਾਨ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ, ਉਹਨਾਂ ਤੋਂ ਵਾਰਨੇ ਜਾਣੀ। ਗੁਰੂ ਸਾਹਿਬ ਕਿਤੇ ਮਿਹਰ ਕਰਨ, ਅਸੀਂ ਵੀ ਆਪਣੇ ਮਨਾਂ ਦੇ ਕਿਤੇ ਹੰਕਾਰ ਨੂੰ ਛੱਡਦਿਆਂ ਹੋਇਆਂ ਉਸ ਨਿਰੰਕਾਰ ਦੇ ਅੰਦਰ ਸਮਾ ਜਾਈਏ। ਕਿਤੇ ਨਿਰੰਕਾਰ ਨਾਲ ਸਾਡਾ ਵੀ ਮੇਲ ਤੇ ਮਿਲਾਪ ਬਣ ਜਾਏ ਤਾਂ ਜੋ ਅਸੀਂ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਗੁਰੂ ਅੱਗੇ ਅਰਦਾਸ ਹਰ ਵਕਤ ਕਰਦੇ ਰਿਹਾ ਕਰੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਮਿਹਰ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਤੇ ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਤਿਸ ਸੋ ਨੇਹੋ ਨਾ ਕੀਚਈ, ਜੇ ਦਿਸ ਚੱਲਣ ਹਾਰ। ਨਾਨਕ ਜਿਨਹੀ ਏਵ ਕਰ ਬੁਝਿਆ, ਤਿਨਾ ਵਿਟੋ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।